ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਧਨ, ਪਗ ਪੰਕਜ ਬੰਧਨ ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਸ੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਸ੍ਰੀ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋਕਾਰ ਜੋਰੀ, ਨਮੋਕਾਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਇਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੈਂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਮਰੀ ਕਹੈ ਹਮ ਸੁਨਾਵੋ ਸੁਬੱਬਾ, ਨਾਨਕ ਰਾਜ ਕਿਮ ਭਇਓ ਥੋ ਰੱਬਾ। ਜਿਮ ਉਸਕੋ ਹਮ ਉੱਤਰ ਦੀਨੋ, ਤਿਮੈ ਸੁਨੋ ਤੁਮ ਸੰਤ ਪ੍ਰਬੀਨੋ। ਮਰੀ ਕਹੈ ਹਮ ਸੁਨਾਵੋ ਸੁਬੱਬਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰਤਾ ਗੱਦੀ ਤੇ ਬਿਰਾਜਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਸੰਗਤ ਜੀ, ਬਹੁਤ ਵਡਭਾਗੇ ਹੋ। ਗੁਰੂ ਚਰਨਾਂ ਵਿੱਚ ਬਿਰਾਜ ਕੇ ਗੁਰਬਾਣੀ ਪਾਠ, ਮਨੋਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ ਜੀ। ਸੋ ਗੁਰੂ ਰੂਪ ਸਾਧ ਸੰਗਤ ਜੀ, ਮਹਾਰਾਜ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਸੇਵਾਵਾਂ ਭੇਟਾਵਾਂ ਆਪਣੇ ਦਰ ਪ੍ਰਵਾਨ ਕਰ। ਸਭਨਾਂ ਨੂੰ ਦਰੋਂ ਕਰੋਂ ਨਾਮਦਾਨ, ਗੁਰਸਿੱਖੀ ਜੀਵਨ ਆਪਣੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਪ੍ਰਤੀਤ ਬਖਸ਼ਿਸ਼ ਕਰਨ। ਗੁਰੂ ਇਤਿਹਾਸ ਕ੍ਰਿਤ ਸਰਦਾਰ ਰਤਨ ਸਿੰਘ ਭੰਗੂ ਸਾਹਿਬ, ਜੋ ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਕੀਤਾ ਹੈ। ਕੈਪਟਨ ਮਰੀ ਜਾਂ ਕੈਪਟਨ ਮਰੇ ਨਿਕਨੇਮ, ਈਸਟ ਇੰਡੀਆ ਕੰਪਨੀ ਨੇ ਜੋ ਲੁਧਿਆਣੇ ਅਫਸਰ ਨਿਯੁਕਤ ਕੀਤਾ ਸੀ, ਸੋ ਉਸ ਦੇ ਵਿੱਚ ਤੇ ਸਰਦਾਰ ਰਤਨ ਸਿੰਘ ਭੰਗੂ ਦੇ ਵਿੱਚ ਇਹ ਡਿਬੇਟ ਹੋ ਰਹੀ ਹੈ, ਸੰਵਾਦ ਹੋ ਰਹੀ ਹੈ ਕਿ ਇਤਿਹਾਸ ਹੋਂਦ ਵਿੱਚ ਕਿਵੇਂ ਆਇਆ। ਤੋਂ ਪਹਿਲਾਂ ਅੰਗਰੇਜ਼ਾਂ ਨੇ ਤਮਾਮ ਮੁਸਲਮਾਨਾਂ ਨੂੰ ਔਰ ਹਿੰਦੂਆਂ ਨੂੰ ਇਹ ਪੁੱਛਿਆ ਵੀ ਇਹ ਸਿੱਖ ਲੋਕ ਕੌਣ ਨੇ, ਔਰ ਇਹ ਜਿਹੜਾ ਇਹਨਾਂ ਨੇ ਪੰਜਾਬ ਵਿੱਚ ਰਾਜ ਕੀਤਾ ਹੈ ਤੇ ਉਮਤ ਹੈ, ਆਮ ਹਲ ਵਾਹਣ ਵਾਲੇ ਲੋਕ ਨੇ, ਵਾਹੀ ਕਰਨ ਵਾਲੇ ਲੋਕ ਨੇ, ਇਹ ਇਹਨਾਂ ਨੂੰ ਰਾਜ ਕਿਵੇਂ ਪ੍ਰਾਪਤ ਹੋਇਆ।
क्योंकि आम तौर पर ਜਿਹੜੀਆਂ ਰਿਆਸਤਾਂ ਨੇ ਉਹ ਜਾਂ ਤੇ ਮੁਗਲ ਹਕੂਮਤਾਂ ਦੀਆਂ ਹੁੰਦੀਆਂ ਸਨ ਜਾਂ ਫਿਰ ਰਾਜਪੂਤ ਰਾਣਿਆਂ ਦੀਆਂ ਹੁੰਦੀਆਂ ਸਨ। ਇਹ ਜਿਹੜੇ ਸਧਾਰਨ ਕਿਸਾਨ ਲੋਕ ਨੇ, ਜ਼ਿਮੀਂਦਾਰ ਨੇ, ਇਹ ਹਕੂਮਤ ਵਿੱਚ ਕਿਸ ਤਰ੍ਹਾਂ ਆਏ? ਕਿਉਂਕਿ ਗੁਰੂ ਕੀ ਸੰਗਤ ਵੀ ਇੱਕ ਸਰਦਾਰ ਜੱਸਾ ਸਿੰਘ ਰਾਮਗੜੀਆ ਸਾਹਿਬ ਦੀ ਮਿਸਲ ਨੂੰ ਛੱਡ ਕੇ ਜਿਹੜੀਆਂ ਬਾਕੀ ਮਿਸਲਾਂ ਸਨ, ਮੈਂ ਇੱਥੇ ਜਾਤ ਪਾਤ ਨੂੰ ਹਾਈਲਾਈਟ ਨਹੀਂ, ਕੇਵਲ ਗੱਲ ਸਮਝਣ ਲਈ ਕਰ ਰਿਹਾ, ਬਾਕੀ 11 ਮਿਸਲਾਂ ਜ਼ਿਮੀਂਦਾਰਾਂ ਦੀਆਂ ਹੀ ਸਨ। ਤੋ ਵੱਖ-ਵੱਖ ਭਾਈਚਾਰੇ, ਵੱਖ-ਵੱਖ ਇਲਾਕਿਆਂ ਦੀਆਂ। ਤੋ ਉਹ ਕੈਪਟਨ ਮਰੇ ਉਹ ਸੰਵਾਦ ਕਰ ਰਹੇ ਨੇ। ਪਹਿਲਾਂ ਦਿੱਲੀ ਦੇ ਬਾਦਸ਼ਾਹ ਨੂੰ, ਹਿੰਦੂਆਂ ਨੂੰ ਪੁੱਛਿਆ ਵੀ ਇਹ ਕੌਣ ਨੇ, ਇਹਨਾਂ ਨੇ ਰਾਜ ਪਾਟ ਕਿਵੇਂ ਕਾਇਮ ਕਰ ਲਿਆ। ਉਧਰ ਮਹਾਰਾਜਾ ਰਣਜੀਤ ਸਿੰਘ ਦਾ ਲੰਬਾ ਚੌੜਾ ਰਾਜ, ਇੱਧਰ ਫੂਲਵੰਸ਼ੀਆਂ ਦਾ ਰਾਜ, ਇਹ ਕੌਣ ਲੋਕ? ਉਹਨਾਂ ਨੇ ਕਿਹਾ ਕੋਈ ਲੋਕ ਨਹੀਂ, ਉਮਤ ਦੇ ਲੋਕ ਨੇ, ਕੋਈ ਇਹਨਾਂ ਕੋਲ ਰਾਜ ਨਹੀਂ, ਕੋਈ ਕੁਛ ਨਹੀਂ। ਉਹਨਾਂ ਨੇ ਗਲਤ ਬਿਆਨਬਾਜ਼ੀ ਕੀਤੀ। ਇਹ ਸਾਰੀ ਵਿਥਿਆ ਸਰਦਾਰ ਰਤਨ ਸਿੰਘ ਭੰਗੂ ਕੋਲ ਜਦੋਂ ਆਈ ਤੇ ਉਹਨਾਂ ਨੇ ਆਖਿਆ ਵੀ ਜਿਹੜਾ ਤੂੰ ਮੌਲਵੀ ਬੂਟੇ ਸ਼ਾਹ ਤੋਂ ਇਤਿਹਾਸ ਲਿਖਵਾ ਰਹੇ ਹੋ, ਬੂਟੇ ਸ਼ਾਹ ਮੌਲਵੀ ਸਾਡੇ ਬਾਰੇ ਇਮਾਨਦਾਰੀ ਨਾਲ ਕੁਝ ਦੱਸ ਹੀ ਨਹੀਂ ਸਕਦਾ, ਕਿਉਂਕਿ ਸਾਡੀ ਬੜੇ ਲੰਬੇ ਸਮੇਂ ਤੋਂ ਇਹਨਾਂ ਲੋਕਾਂ ਦੇ ਨਾਲ ਇੱਟ ਕੁੱਟੇ ਦਾ ਵੈਰ ਹੈ। ਪਹਿਲਾਂ 5ਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ, ਫਿਰ 9ਵੇਂ ਪਾਤਸ਼ਾਹ ਨੂੰ, ਫਿਰ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਨੂੰ, ਬੇਅੰਤ ਸਿੰਘ ਇਹਨਾਂ ਨੇ ਸ਼ਹੀਦ ਕੀਤੇ। ਸਾਡਾ ਇਹਨਾਂ ਨਾਲ ਇਸ ਪ੍ਰਕਾਰ ਦਾ ਜੋ ਹੈ ਬੜੇ ਲੰਬੇ ਸਦੀਆਂ ਤੋਂ ਇਸ ਤਰ੍ਹਾਂ ਚੱਲਦਾ ਆ ਰਿਹਾ। ਸੋ ਇਹ ਜਿਹੜੇ ਲੋਕ ਨੇ ਗੈਰ ਸਿੱਖ ਨੇ, ਇਹ ਸਿੱਖ ਹਿਸਟੋਰੀ ਇਮਾਨਦਾਰੀ ਨਾਲ ਲਿਖ ਲਿਖਾ ਹੀ ਨਹੀਂ ਸਕਦੇ। ਤੋ ਫਿਰ ਕੈਪਟਨ ਮਰੇ ਸਰਦਾਰ ਰਤਨ ਸਿੰਘ ਭੰਗੂ ਨੂੰ ਕਹਿਣ ਲੱਗਾ ਵੀ ਫਿਰ ਤੁਸੀਂ ਦੱਸੋ ਵੀ ਸਿੱਖਾਂ ਨੂੰ ਪਾਤਸ਼ਾਹੀ ਕਿਵੇਂ ਮਿਲੀ। ਤੋ ਰਤਨ ਸਿੰਘ ਭੰਗੂ ਦੱਸ ਰਿਹਾ ਹੈ ਤੇ ਕੈਪਟਨ ਮਰੀ ਸੁਣ ਰਿਹਾ ਹੈ। ਇਹ ਅਸੀਂ ਕੱਲ ਸੰਵਾਦ ਕਰ ਰਹੇ ਸਾਂ ਤੇ ਸਮਾਂ ਸਮਾਪਤ ਹੋ ਗਿਆ ਸੀ, ਪ੍ਰਸੰਗ ਵਿੱਚ ਰਹਿ ਗਿਆ ਸੀ। ਬਚਿਆ ਹੋਇਆ ਪ੍ਰਸੰਗ ਜਿਸ ਤਰ੍ਹਾਂ ਸਰਦਾਰ ਰਤਨ ਸਿੰਘ ਭੰਗੂ ਕੈਪਟਨ ਮਰੀ ਨੂੰ ਐਕਸਪਲੇਨ ਕਰਦੇ ਨੇ ਵੀ ਸਿੱਖ ਕੌਣ ਨੇ, ਉਹ ਗੱਲ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰਦਾ ਹੈ। ਉਹ ਕਹਿੰਦਾ ਜੀ ਸਾਨੂੰ ਰਾਜ ਗੁਰੂ ਨਾਨਕ ਨੇ ਦਿੱਤਾ। ਉਹ ਕਹਿੰਦਾ ਗੁਰੂ ਨਾਨਕ ਨੂੰ ਕਿਹਨੇ ਦਿੱਤਾ ਹੈ? ਰਤਨ ਸਿੰਘ ਭੰਗੂ ਕਹਿਣ ਲੱਗਾ ਗੁਰੂ ਨਾਨਕ ਨੂੰ ਵਾਹਿਗੁਰੂ ਨੇ ਦਿੱਤਾ, ਕਰਤਾਰ ਨੇ ਦਿੱਤਾ। ਉਹ ਕਰਤਾਰ ਨੇ ਕਿਵੇਂ ਦਿੱਤਾ ਹੈ? ਤੋ ਇਹ ਡਿਬੇਟ ਚੱਲ ਰਹੀ ਹੈ। ਸਰਦਾਰ ਰਤਨ ਸਿੰਘ ਭੰਗੂ ਦੱਸ ਰਹੇ ਨੇ ਵੀ ਵਾਹਿਗੁਰੂ ਨੇ ਕਿਵੇਂ ਖਾਲਸੇ ਨੂੰ, ਸਿੱਖਾਂ ਨੂੰ ਇਹ ਸਰਦਾਰੀਆਂ ਬਖਸ਼ਿਸ਼ ਕੀਤੀਆਂ। ਸੋ ਆਓ ਜਿੰਨੇ ਕੁ ਸਰੀਰ ਇੱਥੇ ਬੈਠੇ, ਘਰਾਂ 'ਚ ਬੈਠੇ, ਸੋ ਜੁੜੇ ਹੋ ਗੁਰੂ ਨਾਨਕ ਸਿੱਖ ਟੈਂਪਲ ਸਰੀ ਡੈਲਟਾ ਨਾਲ, ਸਾਰੇ ਸੁਰਤ ਬਿਰਤ ਗੁਰੂ ਚਰਨਾਂ ਵਿੱਚ ਜੋੜੋ। ਆਓ ਇੱਕ ਵਾਰੀ ਸਾਰੇ ਰਸਨਾ ਪਵਿੱਤਰ ਕਰੋ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਮਰੀ ਕਹੈ ਹਮ ਸੁਨਾਵੋ ਸਬੱਬਾ। ਮਰੀ ਕੈਪਟਨ ਮਰੇ ਕਹਿਣ ਲੱਗਾ ਵੀ ਤੁਹਾਨੂੰ ਇਹ ਰਾਜ ਕਿਵੇਂ ਪ੍ਰਾਪਤ ਹੋਇਆ? ਗੁਰੂ ਨਾਨਕ ਨੂੰ ਵਾਹਿਗੁਰੂ ਨੇ ਰਾਜ ਕਿਵੇਂ ਦਿੱਤਾ? ਸਬੱਬ ਕਿਵੇਂ ਬਣਿਆ ਮੈਨੂੰ ਦੱਸੋ। ਨਾਨਕ ਰਾਜ ਕਿਮ ਭਇਓ ਥੋ ਰੱਬਾ। ਰੱਬ ਜੀ ਨੇ ਗੁਰੂ ਨਾਨਕ ਨੂੰ ਰਾਜ ਕਿਵੇਂ ਦਿੱਤਾ? ਤੁਸੀਂ ਕਹਿੰਦੇ ਹੋ ਵੀ ਗੁਰੂ ਨਾਨਕ ਨੂੰ ਰੱਬ ਨੇ ਰਾਜ ਦਿੱਤਾ, ਗੁਰੂ ਨਾਨਕ ਨੇ ਸਾਨੂੰ ਦਿੱਤਾ ਇਤਿਆਦ। ਸੋ ਗੁਰੂ ਨਾਨਕ ਦਾ ਤੇ ਰੱਬ ਦਾ ਕਿਵੇਂ ਮੇਲ ਹੋਇਆ, ਸੰਵਾਦ ਕਿਵੇਂ ਹੋਇਆ? ਇਹ ਮੈਨੂੰ ਮੇਰਾ ਸ਼ੰਕਾ ਦੂਰ ਕਰੋ। ਜਿਮ ਉਸ ਕੋ ਹਮ ਉੱਤਰ ਦੀਨੋ। ਇਹ ਕੈਪਟਨ ਮਰੀ ਦੇ ਪ੍ਰਸ਼ਨ ਦੇ ਉੱਤਰ ਵਿੱਚ ਸਰਦਾਰ ਰਤਨ ਸਿੰਘ ਭੰਗੂ ਕਹਿੰਦੇ ਨੇ ਵੀ ਮੈਂ ਜਿਸ ਤਰ੍ਹਾਂ ਕੈਪਟਨ ਮਰੀ ਨੂੰ ਜਵਾਬ ਦਿੱਤਾ ਤੇ ਮੈਂ ਸੁਨੋ ਤੁਮ ਸੰਤ ਪਰਬੀਨੋ। ਗੁਰਮੁਖ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ, ਮੈਂ ਹੂ ਬਹੂ ਇਨ ਬਿਨ ਬਾਇਨ ਉਹ ਤੁਹਾਨੂੰ ਬਿਆਨ ਕਰਨ ਲੱਗਾ, ਲਿਖਣ ਲੱਗਾ, ਤੁਸੀਂ ਵੀ ਸਾਰੇ ਧਿਆਨ ਨਾਲ ਸੁਣੋ। ਕਾਲਯੁਗ ਮੈਂ ਵੱਡ ਪਰ ਗਇਓ ਧੁੰਦ। ਪਹਿਲਾਂ ਕਲਯੁਗ ਵਿੱਚ ਬਹੁਤ ਵੱਡਾ ਦੁੰਦ ਪੈ ਗਿਆ, ਅਧਰਮ ਦਾ, ਪਾਪਾਂ ਦਾ, ਸੋ ਬੋਲ ਬਾਲਾ ਹੋ ਗਿਆ। ਵਧਿਓ ਕੋ ਧਰਮ, ਧਰਮ ਪਇਓ ਮੰਦ। ਤੋ ਅਧਰਮ ਵੱਧ ਗਿਆ ਤੇ ਧਰਮ ਮੰਦ ਹੋ ਗਿਆ, ਯਾਨੀ ਪਾਪ ਵੱਧ ਗਏ ਤੇ ਪੁੰਨ ਕਰਮ ਘਟ ਗਏ। ਲੋਕ ਜਿਹੜੇ ਨੇ ਉਹ ਪਾਪਾਂ ਵਿੱਚ ਪ੍ਰਵਿਰਤ ਹੋ ਗਏ। ਲਾਲਚ ਲਾਗੇ ਮਾਇਆ ਭੂਪ। ਸੋ ਇਸ ਪ੍ਰਕਾਰ ਲੋਕ ਲਾਲਚ ਵਸ ਮਾਨੋ ਮਾਇਆ ਦੇ ਖੂਹ ਵਿੱਚ ਹੀ ਡਿੱਗ ਪਏ। ਰਾਜਨ ਪਾਏ ਨਿਜ ਧਰਮ ਕੂਪ। ਤੇ ਰਾਜਿਆਂ ਮਹਾਰਾਜਿਆਂ ਨੇ ਤੇ ਆਪਣਾ ਜਿਹੜਾ ਧਰਮ ਸੀ ਉਹਨੂੰ ਮਾਨੋ ਖੂਹ 'ਚ ਹੀ ਸੁੱਟ ਦਿੱਤਾ। ਭਾਵ ਜਿਨ੍ਹਾਂ ਰਾਜਿਆਂ ਮਹਾਰਾਜਿਆਂ ਨੇ ਧਰਮੀ ਲੋਕਾਂ ਦਾ ਸਤਿਕਾਰ ਕਰਨਾ ਸੀ, ਧਰਮ ਦਾ ਪ੍ਰਚਾਰ ਕਰਨਾ ਕਰਾਉਣਾ ਸੀ,
ਉਹਨਾਂ ਦਾ ਆਪਣਾ ਹੀ ਕੋਈ ਧਰਮ ਨਾ ਰਿਹਾ, ਅਰਥਾਤ ਉਹ ਇਸ ਆਚਰਣ ਤੋਂ ਡਿੱਗ ਪਏ। ਪੰਥ ਧਾਰੀ ਵੀ ਜੇ ਜਗ ਆਏ। ਹੋਰ ਵੀ ਜਿੰਨੇ ਪੰਥ ਧਾਰੀ ਜਗ ਵਿੱਚ ਪਗੰਬਰੀ ਪੁਰਖ, ਅਵਤਾਰੀ ਪੁਰਖ ਇਤਿਆਦ ਜੀਨਸ ਪੁਰਖ ਆਏ ਸਨ, ਪੰਥ ਵਿਚਲ ਭੀ ਤਿਨ ਕੇ ਗਏ। ਉਹਨਾਂ ਦੇ ਵੀ ਜਿਹੜੇ ਪੰਥ ਸਨ ਉਹ ਜਗ੍ਹਾ ਤੋਂ ਥਿੜਕ ਗਏ ਸਨ, ਯਾਨੀ ਪੁਰਾਤਨ ਜਿਹੜੇ ਧਰਮ ਸਨ ਉਹਨਾਂ ਵਿੱਚ ਵੀ ਕੋਈ ਧਰਮ ਦੀ ਗੱਲ ਨਹੀਂ ਸੀ ਰਹਿ ਗਈ। ਮਾਇਆ ਮੋਹ ਸਭਨ ਕੋ ਛਰਿਓ। ਇਹ ਮਾਇਆ ਦਾ ਜਿਹੜਾ ਮੋਹ ਹੈ, ਗੁਰੂ ਕੀ ਸੰਗਤ ਜੀ ਰਤਨ ਸਿੰਘ ਭੰਗੂ ਕਹਿਣ ਲੱਗੇ, ਮੈਂ ਕੈਪਟਨ ਮਰੀ ਨੂੰ ਦੱਸਿਆ ਵੀ ਉਹਨੇ ਸਾਰਿਆਂ ਨੂੰ ਛਲ ਲਿਆ, ਕਿਉਂਕਿ ਸੰਗਤ ਜੀ ਇਹ ਮਾਇਆ ਅਸਲ ਵਿੱਚ ਛਲ ਹੀ ਹੈ ਨਾ, ਛਲ ਫਰੇਬ ਨੂੰ ਕਹਿੰਦੇ ਹਨ। ਤੋ ਹਜ਼ੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਾਇਆ ਨੂੰ ਛਲ ਕਹਿੰਦੇ ਨੇ, ਔਰ ਇਹ ਛਲ ਕਿਸ ਤਰ੍ਹਾਂ ਦਾ, ਬਾਕਾਇਦਾ ਬੜੀਆਂ ਸਾਦਾ ਜਿਹੀਆਂ ਬੜੇ ਕਮਾਲ ਦੀਆਂ ਉਦਾਹਰਨਾਂ ਦੇ ਕੇ ਦੱਸਦੇ ਨੇ। ਮਾਇਆ ਛਲ ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਜਿਸ ਤਰ੍ਹਾਂ ਪਰਾਲੀ ਨੂੰ ਅੱਗ ਲਾਈਏ ਤੇ ਭਾਂਬੜ ਬੜਾ ਉੱਚਾ ਹੁੰਦਾ ਹੈ, ਪਰ ਅਜੇ ਜੇਬਾਂ ਚੋਂ ਹੱਥ ਕੱਢ ਕੇ ਸਿੱਧੇ ਕਰੀਦੇ ਨੇ ਤੇ ਉਹਨੇ ਚਿਰ ਨੂੰ ਭਾਂਬੜ ਬੁੱਝ ਵੀ ਜਾਂਦਾ। ਬੱਦਲਾਂ ਦੀ ਛਾਂ ਇੱਕਦਮ ਆਵੇ ਤੇ ਠੰਡ ਪੈ ਜਾਂਦੀ ਏ, ਪਰ ਦੇਖਦਿਆਂ ਦੇਖਦਿਆਂ ਉਹ ਅੱਗੇ ਸਰਕ ਜਾਂਦੀ ਏ, ਤਪਸ਼ ਫਿਰ ਵੱਧ ਜਾਂਦੀ ਏ। ਤੇ ਜਦੋਂ ਫਲੱਡ ਆਉਂਦੇ ਨੇ ਲੱਗਦਾ ਵੀ ਦੁਨੀਆ ਭਰ ਦਾ ਪਾਣੀ ਆ ਗਿਆ, ਹੁਣ ਤੇ ਕਦੀ ਇਹਨੇ ਉੱਕਣਾ ਮੁੱਕਣਾ ਹੀ ਨਹੀਂ, ਪਰ ਜਦੋਂ ਫਲੱਡ ਰੁਕ ਜਾਂਦਾ ਉੱਥੇ ਪਾਣੀ ਲੱਭਦਾ ਹੀ ਨਹੀਂਗਾ। ਜਿਸ ਤਰ੍ਹਾਂ ਹੜ੍ਹ ਦਾ ਪਾਣੀ ਛਲ ਹੈ, ਕੱਖਾਂ ਦੀ ਅੱਗ ਛਲ ਹੈ, ਜਿਸ ਤਰ੍ਹਾਂ ਤੀਲਿਆਂ ਦੀ ਅੱਗ ਛਲ ਹੈ, ਮਾਇਆ ਸਾਡੇ ਨਾਲ ਇਸ ਤਰ੍ਹਾਂ ਛਲ ਕਰਦੀ ਏ, ਫਰੇਬ ਕਰਦੀ ਹੈ। ਆਖਣ ਲੱਗੇ ਜੀ ਮਾਇਆ ਨੇ ਬਹੁਤਾਤ ਲੋਕਾਂ ਨੂੰ ਛਲ ਲਿਆ ਹੈ। ਧਰਮ ਹਾਰ ਨਿਜ ਕੁਲ ਚਹਿ ਭਰਿਓ। ਕਹਿੰਦੇ ਨੇ ਲੋਕੀ ਧਰਮ ਨੂੰ ਹਾਰ ਗਏ ਨੇ ਤੇ ਆਪਣੇ ਆਪਣੇ ਘਰ ਭਰਨ ਵਾਲੇ ਪਾਸੇ ਲੱਗ ਗਏ ਹਨ। ਸ਼੍ਰੀ ਮੁਖ ਵਾਕ ਸ਼ਲੋਕ ਕਲ ਕਾਤੀ ਰਾਜੇ ਕਾ ਸਾਈ। ਧਰਮ ਪੰਖ ਕਰ ਉਡਰਿਆ। ਕਲ ਕਾਤੀ ਰਾਜੇ ਕਾ ਸਾਈ। ਸੰਗਤ ਜੀ ਵੈਸੇ ਕਸਾਈ ਕਹਿੰਦੇ ਨੇ ਜਿਹੜੇ ਜੀਵਾਂ ਨੂੰ ਮਾਰ ਕੇ ਬਾਜ਼ਾਰਾਂ ਵਿੱਚ ਜਿਹੜੇ ਲੋਕ ਨੌਨ ਵੈਜ ਨੇ ਰੋਜ਼ ਜਾਂ ਕਦੀ ਕਦਾਈ, ਉਹ ਫਿਰ ਜਗ੍ਹਾ ਜਗ੍ਹਾ ਮੀਟ ਸ਼ਾਪ ਬਣੀਆਂ ਹੋਈਆਂ ਨੇ, ਪਰ ਉਹ ਜਿਹੜਾ ਮੀਟ ਸ਼ਾਪ ਬਣੀਆਂ ਨੇ ਜਿੱਥੇ ਮੀਟ ਵਿਕਦਾ, ਪਹਿਲਾਂ ਕਸਾਈ ਉਹਨਾਂ ਨੂੰ ਵੱਢਦਾ ਤੇ ਤਾਂ ਹੀ ਬਣਦਾ ਨਾ। ਚਲੋ ਇਹ ਤੇ ਛੋਟੀ ਪੱਧਰ ਤੇ ਹੈ। ਜਿਹੜੀ ਇੱਥੋਂ ਦੀ ਕਮਿਊਨਿਟੀ ਹੈ ਉਹ ਜਿਸ ਤਰ੍ਹਾਂ ਖਾਂਦੇ ਨੇ, ਵੱਡੇ ਵੱਡੇ ਮੌਲਾਂ ਵਿੱਚ ਵੱਡੇ ਵੱਡੇ ਪੀਸ ਜਿਸ ਤਰ੍ਹਾਂ ਰੱਖ ਰਹੇ ਨੇ, ਉਹ ਤੇ ਬਕਾਇਦਾ ਕਾਰਖਾਨੇ ਨੇ, ਕਿਸ ਤਰ੍ਹਾਂ ਉਹਨਾਂ ਨੂੰ ਵਿਚਾਰੀਆਂ ਨੂੰ ਟੰਗਦੇ ਨੇ, ਝਟਕੇ ਨਾਲ ਮਾਰਦੇ ਨੇ, ਕਿਸ ਤਰ੍ਹਾਂ ਖੱਲਾਂ ਖਿੱਚਦੇ ਨੇ ਥੱਲੇ। ਸੰਗਤ ਜੀ ਜਿਵੇਂ ਮੀਂਹ ਪੈ ਕੇ ਵਾਹਣ ਚੱਲਦੇ ਨੇ, ਇਸ ਤਰ੍ਹਾਂ ਫਿਰ ਉਹ ਲਹੂ ਦੇ ਵਾਹਣ ਚੱਲਦੇ ਨੇ, ਉਹ ਸਾਰਾ ਆਟੋਮੈਟਿਕ ਬਣਾਇਆ ਹੋਇਆ ਉਹਨਾਂ ਨੇ। ਤੋ ਜਿਸ ਤਰ੍ਹਾਂ ਕਸਾਈ ਬੜਾ ਬੇਕਿਰਕੀ ਨਾਲ ਕਤਲ ਕਰਦਾ ਨਾ ਜੀਵਾਂ ਨੂੰ, ਇਸ ਤਰ੍ਹਾਂ ਜਿਹੜੇ ਰਾਜੇ ਨੇ ਉਹ ਆਪਣੀ ਹੀ ਪਰਜਾ ਨੂੰ ਕਤਲ ਕਰਨ ਵਾਸਤੇ ਕਸਾਈ ਬਣੇ। ਕਲਯੁਗ ਜਿਹੜਾ ਹੈ ਉਹ ਕਰਦ ਬਣਿਆ ਹੋਇਆ, ਕਲਯੁਗ ਨਾਈਫ ਬਣਿਆ ਹੋਇਆ ਹੈ, ਔਰ ਉਹ ਕਸਾਈ ਬਣੇ ਹੋਏ ਰਾਜੇ ਲੋਕਾਂ ਨੂੰ ਜ਼ਿਬਾ ਕਰਦੇ ਨੇ, ਕਤਲ ਕਰਦੇ ਨੇ, ਮਾਰਦੇ ਨੇ। ਕੋਈ ਸਮਾਂ ਹੀ ਇਸ ਤਰ੍ਹਾਂ ਦਾ ਚੱਲ ਰਿਹਾ ਹੈ। ਇਹ ਜਿਹੜੇ ਕਲਯੁਗ ਵਿੱਚ ਸੰਗਤ ਜੀ ਜਿਨ੍ਹਾਂ ਦੇ ਰੱਥ ਦੌੜਦੇ ਨੇ ਨਾ, ਰੱਥ ਰਾਜਨੀਤਿਕ ਫੀਲਡ ਵਿੱਚ, ਸਮਾਜਿਕ ਫੀਲਡ ਵਿੱਚ, ਹੁਣ ਤੇ ਟਾਵਿਆਂ ਨੂੰ ਛੱਡ ਕੇ ਧਾਰਮਿਕ ਫੀਲਡ ਵਿੱਚ ਵੀ ਜਿਨ੍ਹਾਂ ਦੇ ਰੱਥ ਦੌੜਦੇ ਨੇ ਨਾ, ਤੁਹਾਨੂੰ ਪਤਾ ਉਹਨਾਂ ਦੇ ਰੱਥ ਖਿੱਚਦਾ ਕੌਣ ਹੈ, ਉਸ ਰੱਥ ਦੇ ਅੱਗੇ ਜੁੱਪਾ ਕੌਣ ਹੈ? ਕਲਯੁਗ ਰੱਥ ਅਗਨ ਕਾ ਕੂੜ ਅੱਗੇ ਰਥਵਾਹੋ। ਝੂਠ ਦੇ ਘੋੜੇ, ਯਾਨੀ ਝੂਠ ਦਾ ਹੀ ਬੋਲਬਾਲਾ ਹੈ। ਫੀਲਡ ਕੋਈ ਵੀ ਹੋਵੇ, ਝੂਠੇ ਦਾ ਬੋਲਬਾਲਾ ਹੈ। ਝੂਠੇ ਨੂੰ ਛੇਤੀ ਛੇਤੀ ਗਰੋਥ ਮਿਲ ਜਾਏਗੀ, ਤਰੱਕੀ ਮਿਲ ਜਾਏਗੀ। ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡ ਰਿਹਾ। ਜਿਹੜਾ ਧਰਮ ਹੈ ਉਹ ਤੇ ਮਾਨੋ ਖੰਭ ਲਾ ਕੇ ਉੱਡ ਗਿਆ, ਕਿਤੇ ਦੂਰ ਚਲਾ ਗਿਆ, ਯਾਨੀ ਧਰਮ ਨਜ਼ਰ ਹੀ ਕੋਈ ਨਹੀਂ ਪੈਂਦਾ। ਔਰ ਅੱਜ ਦੇ ਵੀ ਕਰੀਬ ਕਰੀਬ ਇਹੀ ਹਾਲਾਤ ਹਨ। ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀ ਕਹਿ ਚੜਿਆ। ਜਿਸ ਤਰ੍ਹਾਂ ਚੰਦਰਮਾ ਸੰਪੂਰਨ ਹੋਵੇ ਤੇ ਰਾਤ ਠੰਡੀ ਤੇ ਚਾਨਣੀ ਹੁੰਦੀ ਏ, ਇਸ ਤਰ੍ਹਾਂ ਚਾਨਣ ਮਾਨੋ ਚੰਦਰਮਾ ਹੈ ਤੇ ਕੂੜ ਜਿਹੜਾ ਹੈ ਉਹ ਮੱਸਿਆ ਦੀ ਰਾਤ ਹੈ। ਮੱਸਿਆ ਦੀ ਰਾਤ ਵਾਂਗੂ ਸ਼ਾਹ ਕਾਲੀ ਅਗਿਆਨਤਾ ਦਾ ਹਨੇਰਾ ਹੈ,
ਤੇ ਸੱਚ ਰੂਪੀ ਚੰਦਰਮਾ ਜਿਹੜਾ ਉਹ ਪਤਾ ਨਹੀਂ ਕਿੱਥੇ ਲੁਕ ਗਿਆ, ਲੱਭਿਆ ਪ੍ਰਾਪਤ ਨਹੀਂ ਹੁੰਦਾ। ਪਹਿਲੇ ਮਹੱਲੇ ਕੀ ਜਨਮ ਸਾਖੀ ਲਿਖਿਆ ਤੇ ਦੋਹਰਾ, ਤੋ ਮਰੀ ਨ ਯਹ ਫਿਰ ਕਹਿਓ ਸਭ ਹਮ ਦੇਹੋ ਬਤਾਏ। ਫਿਰ ਮਰੀ ਕਹਿਣ ਲੱਗਾ ਵੀ ਠੀਕ ਹੈ, ਪਰ ਮੈਨੂੰ ਥੋੜਾ ਜਿਹਾ ਹੋਰ ਵਿਸਥਾਰ ਨਾਲ, ਥੋੜਾ ਜਿਹਾ ਹੋਰ ਵਿਆਖਿਆ ਕਰਕੇ ਸਮਝਾਵੋ। ਕੌਣ ਸਾਲ ਔ ਕਾਲ, ਕੌਣ ਦੇਸ਼, ਕੌਣ ਔ ਥਾਏ। ਉਹ ਕੌਣ ਕਾਲ ਸੀ, ਕੌਣ ਦੇਸ਼ ਸੀ, ਕਿਹੜੀ ਜਗ੍ਹਾ ਸੀ, ਕਿਸ ਤਰ੍ਹਾਂ ਦਾ ਸੋ ਹਾਲਾਤ ਸਨ। ਰਤਨ ਸਿੰਘ ਬਾਚ ਚੌਪਈ, ਸਾਲ ਸੁਨੋ ਅਬ ਬਿਕਰਮ ਰਾਏ। ਇਸ ਪ੍ਰਕਾਰ ਤੁਸੀਂ ਸਾਲ ਸੁਣੋ ਪਹਿਲਾਂ ਬਿਕਰਮੀ ਸਹਿਤ 1526 ਥਾਏ। ਸੋ ਬਿਕਰਮੀ ਸੰਮਤ 1526 ਸੀ। ਤਲਵੰਡੀ ਬੁਲਾਰ ਭੋਏ ਰਾਏ। ਈਸਵੀ ਸਨ ਦੇ ਹਿਸਾਬ ਨਾਲ 1469 ਈਸਵੀ ਸੀ ਤੇ ਨਗਰ ਦਾ ਨਾਮ ਤਲਵੰਡੀ ਸੀ। ਉਥੋਂ ਦਾ ਸਮਰਾਟ ਰਾਏ ਭੋਏ ਸੀ। ਢਿਗ ਲਾਹੌਰ ਔ ਕਸੂਰ ਹਦਾਏ। ਇਹ ਰਾਏ ਭੋਏ ਦੀ ਤਲਵੰਡੀ ਨਾਮਕ ਨਗਰ ਲਾਹੌਰ ਤੇ ਕਸੂਰ ਦੇ ਦਰਮਿਆਨ ਵਿੱਚ ਪੈਂਦਾ ਹੈ। ਖੱਤਰੀ ਜਾਤ ਉਸ ਬੇਦੀ ਕਹਾਏ। ਔਰ ਖੱਤਰੀ ਭਾਈਚਾਰਾ ਬੇਦੀ ਕੁੱਲ ਵਿੱਚ ਉਸ ਸਾਡੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਨੇ ਪ੍ਰਕਾਸ਼ ਧਾਰਨ ਕੀਤਾ। ਲਿਓ ਅਵਤਾਰ ਇਸੈ ਕੁਲ ਮਾਹੇ। ਇਸ ਬੇਦੀ ਕੁੱਲ ਵਿੱਚ ਗੁਰੂ ਨਾਨਕ ਸਾਹਿਬ ਨੇ ਅਵਤਾਰ ਭਾਵ ਪ੍ਰਕਾਸ਼ ਧਾਰਨ ਕੀਤਾ। ਹੁਤੀ ਕੁਲੈ ਵਹਿ ਅਤ ਧਰਮਕਾਰੀ। ਇਹ ਜਿਹੜੀ ਕੁੱਲ ਸੀ ਗੁਰੂ ਨਾਨਕ ਸਾਹਿਬ ਦੇ ਵੱਡਿਆਂ ਦੀ, ਬਾਪੂ ਕਲਿਆਣ ਦਾਸ ਦੀ, ਦਾਦੇ ਸ਼ਿਵ ਰਾਮ ਇਤਿਆਦਿਕ ਦੀ, ਇਹ ਬੜੀ ਅੱਛੀ ਕੁੱਲ ਸੀ, ਸਤਿਕਾਰਯੋਗ ਪ੍ਰਤਿਸ਼ਠਿਤ ਕੁੱਲ ਸੀ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ। ਜਨਮੈ ਨਾਨਕ ਜਨਮ ਲਿਓ ਧਾਰੀ। ਜਿਨ੍ਹਾਂ ਜਿਸ ਕੁੱਲ ਵਿੱਚ, ਜਿਸ ਖਾਨਦਾਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਕਾਸ਼ ਧਾਰਨ ਕੀਤਾ। ਸਤਜੁਗ ਮੈਂ ਜੋਗ ਥਾ ਭਇਓ। ਪਹਿਲਾਂ ਸਤਜੁਗ ਵਿੱਚ ਇਸ ਤਰ੍ਹਾਂ ਦਾ ਜੋਗ ਬਣਿਆ ਸੀ। ਜਿਹ ਮਦ ਜਨਮ ਸੋ ਨਰ ਸਿੰਘ ਲਿਓ। ਉਸ ਯੁੱਗ ਵਿੱਚ ਨਰ ਸਿੰਘ ਨੇ ਅਵਤਾਰ ਧਾਰਨ ਕੀਤਾ ਸੀ। ਔ ਤ੍ਰੇਤਾ ਮੈਂ ਜਗ ਭਇਓ ਦੋ। ਫਿਰ ਇਸ ਪ੍ਰਕਾਰ ਤ੍ਰੇਤੇ ਵਿੱਚ ਸੋ ਯੁੱਗ ਹੋਇਆ। ਇਸ ਪ੍ਰਕਾਰ ਰਾਮ ਜਨਮ ਮਦ ਧਾਰਿਓ ਸੋ। ਅਯੋਧਿਆ ਨਗਰੀ ਵਿੱਚ ਮਹਾਰਾਜ ਦਸ਼ਰਥ ਦੇ ਘਰ ਅਵਤਾਰੀ ਪੁਰਖ ਰਾਮਚੰਦਰ ਜੀ ਨੇ ਜਨਮ ਲਿਆ। ਦੁਆਪਰ ਜਨਮਿਓ ਕ੍ਰਿਸ਼ਨ ਜੋਗ ਸਿੱਧ। ਇਸੇ ਪ੍ਰਕਾਰ ਫਿਰ ਦੁਆਪਰ ਯੁੱਗ ਵਿੱਚ ਵਾਸੁਦੇਵ ਕਿਸ਼ਨ ਜਿਹੜੇ ਨੇ ਉਹ ਧਾਰਮਿਕ ਆਗੂ ਦੇ ਰੂਪ ਵਿੱਚ ਅਵਤਰੇ, ਅਰਥਾਤ ਧਰਤੀ ਦੇ ਉੱਤੇ ਆਏ। ਨਾਨਕ ਜਨਮ ਕੁਲ ਮਿਲੀ ਸੋਊ ਬਿਦ। ਸੋ ਇਸੇ ਪ੍ਰਕਾਰ ਕਲਯੁਗ ਦੇ ਜੋ ਪੈਗੰਬਰ ਹਨ, ਕਲਯੁਗ ਦੇ ਜੋ ਮਹਾਂਪੁਰਸ਼ ਹਨ, ਉਹ ਅਕਾਲ ਪੁਰਖ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਭੇਜਿਆ ਹੈ। ਪਿਤਾ ਨਾਮ ਥੋ ਕਾਲੂ ਦਾਸ। ਸੋ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਦਾ ਨਾਮ ਸਤਿਕਾਰਯੋਗ ਮਹਿਤਾ ਕਲਿਆਣ ਦਾਸ ਜੀ ਸੀ। ਮਾਤ ਨਾਮ ਥੋ ਤ੍ਰਿਪਤੋ ਤਾਸ। ਸੋ ਆਪ ਜੀ ਦੀ ਮਾਤਾ ਦਾ ਨਾਮ ਮਾਤਾ ਤ੍ਰਿਪਤਾ ਜੀ ਸੀ। ਦੋਹਰਾ ਧਰਮ ਮਾਹੇ ਹੋਵਤ ਘਨੇ, ਧਨ ਮਹਿ ਥੇ ਕਿਛ ਊਨ। ਇਹ ਰਤਨ ਸਿੰਘ ਭੰਗੂ ਦੇ ਕਹਿਣ ਮੁਤਾਬਕ ਇਹ ਪਰਿਵਾਰ ਧਰਮ ਵਿੱਚ ਪੂਰੀ ਤਰ੍ਹਾਂ ਸਰਾਬੌਰ ਸੀ। ਧਰਮ ਪੱਖੋਂ ਕੋਈ ਕਮੀ ਨਹੀਂ ਸੀ, ਪੂਰਾ ਅਮੀਰ ਸੀ। ਪਰ ਮਾਲੀ ਪੱਖੋਂ ਹਾਲਾਤ ਬਹੁਤ ਗਰੀਬੀ ਵਾਲੇ ਵੀ ਨਹੀਂ ਸਨ, ਪਰ ਬਹੁਤ ਜ਼ਿਆਦਾ ਸਾਊਂਡ ਵੀ ਨਹੀਂ ਸਨ। ਸੋ ਵਿਚਕਾਰਲਾ ਜਿਹਾ ਮੇਲ ਸੀ। ਕਿਛ ਕੁਲ ਕੋ ਕੁਛ ਉਨਹਿ ਕੋ ਆਏ, ਪ੍ਰਗਟਿਓ ਵੱਡ ਪੂਨ। ਤੋ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਸ ਖਾਨਦਾਨ ਵਿੱਚ, ਇਸ ਬੇਦੀ ਕੁੱਲ ਵਿੱਚ ਪ੍ਰਕਾਸ਼ ਹੋਇਆ ਤੇ ਕੁਝ ਇਸ ਤਰ੍ਹਾਂ ਦੀਆਂ ਰਹਿਮਤਾਂ ਵਰਸਣ ਲੱਗ ਪਈਆਂ। ਭਲ ਸਾਹਿਤ ਔ ਭਲ ਘੜੀ, ਭਲੋ ਨਿਛਤਰ ਜੋਗ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪ੍ਰਕਾਸ਼ ਬੜੇ ਭਲੇ ਸਮੇਂ ਵਿੱਚ ਹੋਇਆ। ਚੰਗਾ ਯੋਗ ਸੀ, ਅਵਸਰ ਚੰਗਾ ਸੀ, ਅਭੀਤ ਸੀ, ਨਕਸ਼ਤਰ ਚੰਗੇ ਸਨ। ਸਰਦਾਰ ਰਤਨ ਸਿੰਘ ਭੰਗੂ ਕਹਿ ਰਹੇ ਹਨ, ਭਲੀ ਰਾਸ ਔ ਗ੍ਰਹਿ ਭਲੇ, ਅਵਸਰ ਭਲੇ ਸੰਜੋਗ। ਸੋ ਉਂਝ ਸਾਧ ਸੰਗਤ ਜੀ, ਜਦੋਂ ਗੁਰੂ ਨਾਨਕ ਸਾਹਿਬ ਵਰਗੇ ਮਹਾਂਪੁਰਸ਼ ਪ੍ਰਕਾਸ਼ ਧਾਰਨ ਕਰਨ ਤੇ ਸਾਰਾ ਕੁਝ ਆਟੋਮੈਟਿਕਲੀ ਭਲਾ ਚੰਗਾ ਹੀ ਹੋ ਜਾਇਆ ਕਰਦਾ ਹੈ। ਜਨਮਤ ਹੀ ਤਿਹ ਮਾਤ ਪਿਤ, ਵੱਡਿਓ ਬਹੁਤ ਪ੍ਰਤਾਪ। ਜਨਮ ਵਿੱਚ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਵੇਲੇ ਹੀ ਜਿਹੜਾ ਪ੍ਰਤਾਪ ਸੀ ਉਹ ਪ੍ਰਗਟ ਹੋਣ ਲੱਗ ਪਿਆ ਸੀ। ਮਾਤਾ ਪਿਤਾ ਨੂੰ ਸਮਝ ਆਉਣ ਲੱਗ ਪਿਆ ਸੀ ਵੀ ਇਹ ਕੋਈ
ਸਾਧਾਰਨ ਬੱਚਾ ਨਹੀਂ ਹੈ। ਰਿੱਧ ਸਿੱਧ ਨੌ ਨਿਧ ਯੁਤ ਦਿਓ ਭੂਮ ਧਨ ਆਪ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਉਂਦਿਆਂ ਸਾਰੀ ਪਰਿਵਾਰ ਵਿੱਚ 9 ਨਿਧੀਆਂ ਤੇ 18 ਸਿੱਧੀਆਂ, ਜ਼ਮੀਨਾਂ, ਧਨ, ਪ੍ਰਤਿਸ਼ਠਾ, ਮਰਾਤਬੇ, ਪਦਵੀਆਂ ਸਭ ਕੁਝ ਪ੍ਰਾਪਤ ਹੋਣ ਲੱਗ ਪਿਆ ਮਹਿਤਾ ਜੀ ਨੂੰ। ਚੌਪਈ ਆਵਿਲ ਗੱਡਨ ਕੋ ਪ੍ਰਿਥੀ ਖੁਣਾਈ। ਜਿਸ ਵੇਲੇ ਸਾਧ ਸੰਗਤ ਜੀ ਹੁਣ ਤੇ ਸਾਧਨ ਬਦਲ ਗਏ ਨੇ, ਸਮੀਕਰਨ ਬਦਲ ਗਏ ਨੇ। ਉਹਨਾਂ ਜ਼ਮਾਨਿਆਂ ਵਿੱਚ ਜਦੋਂ ਕੋਈ ਬੱਚੇ ਦਾ ਜਨਮ ਹੁੰਦਾ ਸੀ ਤੇ ਜਨਮ ਵੇਲੇ ਕੁਝ ਇਸ ਤਰ੍ਹਾਂ ਦਾ ਮਟੀਰੀਅਲ ਮਾਂ ਦੇ ਗਰਭ ਚੋਂ ਨਿਕਲਦਾ ਸੀ, ਉਹਨੂੰ ਡੂੰਘਾ ਟੋਇਆ ਪੁੱਟ ਕੇ ਉਹਦੇ ਵਿੱਚ ਨੱਪ ਦਿੰਦੇ ਹੁੰਦੇ ਸਨ। ਸੋ ਮਹਾਰਾਜ ਦੇ ਪ੍ਰਕਾਸ਼ ਤੋਂ ਬਾਅਦ ਇਸ ਤਰ੍ਹਾਂ ਜਦੋਂ ਟੋਇਆ ਪਟਵਾਇਆ ਗਿਆ, ਇਸ ਪ੍ਰਕਾਰ ਤਹਾਂ ਦਰਬ ਤਿਸ ਨਦਰੀ ਆਈ। ਔਰ ਜਦੋਂ ਟੋਇਆ ਪੁੱਟ ਰਹੇ ਸਨ, ਉਸੇ ਵੇਲੇ ਹੀ ਕੌਤਕ ਇਹ ਵਾਪਰਿਆ ਵੀ ਉਥੋਂ ਹੇਠੋਂ ਬਹੁਤ ਸਾਰਾ ਗੱਡਿਆ ਹੋਇਆ ਧਨ ਜਿਹੜਾ ਉਹ ਪ੍ਰਾਪਤ ਹੋ ਗਿਆ। ਮਾਤ ਪਿਤਾ ਦਿਲ ਵਧਿਓ ਹੁਲਾਸ। ਇਹ ਵੇਖ ਕੇ ਮਹਿਤਾ ਕਲਿਆਣ ਦਾਸ ਜੀ ਤੇ ਮਾਤਾ ਤ੍ਰਿਪਤਾ ਜੀ ਦਾ ਬੜਾ ਦਿਲ ਵਧਿਆ ਵੀ ਪੁੱਤਰ ਬੜਾ ਭਾਗਾਂ ਵਾਲਾ ਆਇਆ ਹੈ। ਬਈ ਆਉਂਦਿਆਂ ਸਾਰੀ ਮਾਂਦਾ ਧਨ, ਗੁਪਤ ਧਨ ਦੀ ਵੀ ਪ੍ਰਾਪਤੀ ਹੋਣੀ ਸ਼ੁਰੂ ਹੋ ਗਈ ਹੈ। ਪੰਡਤ ਸਦ ਪੁੱਛਿਓ ਵੱਡ ਖਾਸ। ਉਹਨਾਂ ਜ਼ਮਾਨਿਆਂ ਵਿੱਚ ਲੋਕ ਪੰਡਤਾਂ ਕੋਲੋਂ ਪੱਤਰੀਆਂ ਆਦਿਕ ਅਕਸਰ ਲਿਖਾਉਂਦੇ ਸਨ। ਜੇ ਸਾਡੇ ਮਨ ਵਿੱਚ ਸ਼ੰਕਾ ਆਵੇ ਬਈ ਕੀ ਸਿੱਖੀਜ਼ਮ ਵਿੱਚ ਪੱਤਰੀਆਂ ਆਦਿਕ ਵੇਤ ਹਨ ਤੇ ਨਹੀਂ ਹਨ, ਪਰ ਕਿਉਂਕਿ ਅਜੇ ਗੁਰੂ ਨਾਨਕ ਸਾਹਿਬ ਦਾ ਤੇ ਪ੍ਰਕਾਸ਼ ਹੋਇਆ, ਸਰੀਰ ਦੁਨੀਆ ਤੇ ਆਇਆ, ਅਸਲ ਧਰਮ ਦਾ ਪ੍ਰਕਾਸ਼ ਉਦਣ ਹੋਣਾ ਹੈ ਜਿੱਦਣ ਹਜ਼ੂਰ ਦੇ ਮੂੰਹ ਚੋਂ ਸ਼ਬਦਾਵਲੀ, ਸ਼ਬਦ ਨਿਕਲਨੇ, ਕਿਉਂਕਿ ਇੱਥੇ ਸ਼ਬਦ ਗੁਰੂ ਦੀ ਸੰਵਿਧਾਨ ਹੈ। ਅਜੇ ਮਹਾਰਾਜ ਬਚਨ ਨਹੀਂ ਉਚਾਰਨ ਕਰ ਸਕਦੇ, ਇਸ ਲਈ ਜੋ ਉਹ ਪੁਰਾਣੀਆਂ ਰਵਾਇਤਾਂ ਅਨੁਸਾਰ ਕਰ ਰਹੇ ਨੇ ਉਹ ਹੀ ਬਿਆਨ ਰਤਨ ਸਿੰਘ ਭੰਗੂ ਕਰ ਰਹੇ ਹਨ। ਦੋਹਰਾ ਪੰਡਤ ਟੇਵਾ ਲਿਖ ਧਰਿਓ, ਮਨ ਮੈਂ ਵੱਡ ਸੁਖ ਪਾਏ। ਤੋ ਟੇਵਾ ਵੀ ਠੇਠ ਪੰਜਾਬੀ ਚ ਕਹਿ ਦਿੰਦੇ ਹੁੰਦੇ ਸਨ, ਜਨਮ ਪੱਤਰੀ ਵੀ ਕਹਿ ਦਿੰਦੇ ਹੁੰਦੇ ਸਨ। ਸੋ ਇਸ ਪ੍ਰਕਾਰ ਪੰਡਤ ਨੇ ਗੁਰੂ ਨਾਨਕ ਸਾਹਿਬ ਦੀ ਪੱਤਰੀ, ਜਨਮ ਦੀ ਤਰੀਕ, ਵਾਰ, ਸਮਾਂ, ਮਾਤਾ ਪਿਤਾ ਦਾ ਨਾਂ, ਤੇ ਕੁਝ ਸੰਗਤ ਜੀ ਇਹ ਟ੍ਰੇਨਡ ਹੁੰਦੇ ਸਨ। ਬ੍ਰਹਿਮੰਡ ਦੀ ਜੋ ਅਵਸਥਾ ਉਸ ਵੇਲੇ ਹੁੰਦੀ ਏ, ਇਹ ਕਈ ਵਾਰਾਂ ਉਹਦਾ ਵੀ ਜ਼ਿਕਰ ਕਰ ਦਿੰਦੇ ਸਨ। ਇਸੇ ਨੂੰ ਪੱਤਰੀ ਅਰਥਾਤ ਟੇਵਾ ਕਿਹਾ ਜਾਂਦਾ ਸੀ। ਮੁੜ ਮੁੜ ਬਾਲਕ ਰੂਪ ਲਖ, ਮੰਦ ਮੰਦ ਮੁਸਕਾਏ। ਪੱਤਰੀ ਬਣਾਉਣ ਵਾਲਾ ਪੰਡਤ ਸਤਿਗੁਰੂ ਜੀ ਨੂੰ ਵੇਖ ਵੇਖ ਕੇ ਨਿਹਾਲ ਹੁੰਦਾ ਹੈ, ਕਿਉਂਕਿ ਸੰਗਤ ਜੀ ਸਤਿਗੁਰੂ ਦੀ ਨਿਸ਼ਾਨੀ ਇਹ ਹੈ, ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ। ਜਿਹਨੂੰ ਵੇਖ ਕੇ ਉਹਦੇ ਪੋਜ਼ਿਟਿਵ ਵਾਈਬ੍ਰੇਸ਼ਨ, ਉਹਦੀ એનર્ਜੀ, ਉਹਦੇ ਚਿਹਰੇ ਦਾ ਜਲਵਾ, ਉਹਦਾ ਨੂਰ ਤੁਹਾਨੂੰ ਆਨੰਦਿਤ ਕਰੇ, ਉਹੀ ਦਰਅਸਲ ਸਤਿਗੁਰੂ ਹੈ। ਸੋ ਪੰਡਤ ਵੇਖ ਵੇਖ ਕੇ ਸਦਕੇ ਪਿਆ ਜਾਂਦਾ ਹੈ ਤੇ ਬੜਾ ਨਿਹਾਲ ਹੋ ਰਿਹਾ ਹੈ। ਚੌਪਈ ਟੇਵਾ ਪੰਡਤ ਧਰਿਓ ਲਿਖਾਏ। ਇਸ ਪ੍ਰਕਾਰ ਜਨਮ ਪੱਤਰੀ ਲਿਖ ਕੇ ਪੰਡਤ ਜੀ ਨੇ ਰੱਖ ਦਿੱਤੀ। ਦਇਓ ਮਾਤ ਪਿਤ ਬਹੁ ਸਮਝਾਏ। ਔਰ ਫਿਰ ਜਦੋਂ ਬਾਲਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚੇਨ ਚੱਕਰ, ਲੱਛਣ ਇਤਿਆਦ ਵੇਖੇ ਤੇ ਉਹਨੇ ਸੋਚਿਆ ਵੀ ਮੈਂ ਇਸ ਬੱਚੇ ਦੇ ਮਾਤਾ ਪਿਤਾ ਨੂੰ ਸੁਚੇਤ ਕਰਦਿਆਂ ਵੀ ਇਹ ਕੋਈ ਸਧਾਰਨ ਬੱਚਾ ਨਹੀਂ, ਲਿਹਾਜ਼ਾ ਇਹਦੇ ਨਾਲ ਜਿਹੜਾ ਤੁਹਾਡਾ ਵਿਹਾਰ ਹੈ ਉਹ ਬਹੁਤ ਜ਼ਿਆਦਾ ਚੰਗਾ ਹੋਣਾ ਚਾਹੀਦਾ ਹੈ। ਪੰਡਤ ਕਹਿ ਇਸ ਅਦਬ ਰਖਾਇਓ। ਪੰਡਤ ਕਹਿਣ ਲੱਗਾ ਜੀ ਭਾਵੇਂ ਤੁਹਾਡਾ ਬੱਚਾ ਹੈ ਪਰ ਇਹਦੇ ਨਾਲ ਬੱਚਿਆਂ ਵਾਂਗੂ ਪੇਸ਼ ਨਹੀਂ ਆਉਣਾ, ਇਹਨੂੰ ਬੜੇ ਸਤਿਕਾਰ ਨਾਲ ਬੁਲਾਣਾ ਹੈ, ਸਤਿਕਾਰ ਨਾਲ ਇਹਦੇ ਨਾਲ ਆਚਰਣ ਕਰਨਾ, ਇਹਨੂੰ ਸਧਾਰਨ ਬੱਚਾ ਸਮਝਣ ਦੀ ਭੁੱਲ ਬਿਲਕੁਲ ਨਹੀਂ ਕਰਨੀ, ਪਰ ਇਹ ਭੁੱਲ ਅਕਸਰ ਹੁੰਦੀ ਹੈ। ਦੇਵੀ ਗੁਣਾਂ ਨਾਲ ਜੀਨਸ ਪੁਰਖ ਭਰਪੂਰ ਜਿਹੜੇ ਦੁਨੀਆ ਤੇ ਆਉਂਦੇ ਨੇ, ਇੱਕ ਤੇ ਉਹਨਾਂ ਦਾ ਪਰਿਵਾਰ ਉਹਨਾਂ ਦਾ ਲਾਹਾ ਨਹੀਂ ਲੈ ਸਕਦਾ, ਦੂਸਰਾ ਜਿਹੜੇ ਲੋਕ ਉਹਨਾਂ ਨਾਲ ਰਲ ਕੇ ਖੇਡੇ ਹੁੰਦੇ ਨੇ, ਪੜ੍ਹੇ ਹੁੰਦੇ ਨੇ, ਉਹ ਕਹਿੰਦੇ ਨੇ ਸਾਨੂੰ ਪਤਾ ਸਾਡੇ ਨਾਲ ਖੇਡਦਾ ਰਿਹਾ, ਸਾਡੇ ਨਾਲ ਪੜ੍ਹਦਾ ਰਿਹਾ, ਉਹ ਇੱਦਾਂ ਕਰਦਾ ਹੁੰਦਾ ਸੀ, ਉਹ ਇੱਦਾਂ ਕਰਦਾ ਹੁੰਦਾ ਸੀ। ਤੇ ਇੱਕ ਇਸ ਤਰ੍ਹਾਂ ਦੇ ਮਹਾਂਪੁਰਸ਼ਾਂ ਦੇ ਜਿਹੜੇ ਵਿਰੋਧੀ ਹੁੰਦੇ ਨੇ ਨਾ, ਉਹ ਵੀ ਲਾਹਾ ਨਹੀਂ ਪ੍ਰਾਪਤ, ਕਿਉਂਕਿ ਉਹਨਾਂ ਦੀ ਜੈਲਸ, ਉਹਨਾਂ ਦੀ ਈਰਖਾ, ਉਹਨਾਂ ਦੇ ਵਿੱਚ ਗੁਣ ਉਹਨਾਂ ਨੂੰ ਕੋਈ ਨਜ਼ਰ ਹੀ ਨਹੀਂ ਆਉਣ ਦਿੰਦੀ। ਫਿਰ ਵੀ ਪੰਡਤ ਨੇ ਆਪਣਾ ਨੈਤਿਕ ਫਰਜ਼ ਸਮਝਦਿਆਂ ਹੋਇਆਂ ਬਾਪੂ ਕਲਿਆਣ ਦਾਸ ਤੇ ਮਾਤਾ ਤ੍ਰਿਪਤਾ ਜੀ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਕੋਈ ਪੁਰਖ ਪੂਰਨ ਹੈ ਆਇਓ। ਇਹ ਕੋਈ ਪੂਰਨ ਪੁਰਖ ਜਿਹੜਾ ਹੈ ਰੂਏ ਜ਼ਮੀਨ ਦੇ ਉੱਤੇ ਆਇਆ ਹੈ, ਇਹਨੂੰ ਸਾਧਾਰਨ ਬੱਚਾ
ਸਮਝਣ ਦੀ ਗੁਸਤਾਖੀ ਨਾ ਕਰਨੀ। नेह कलंक जन यह भयो आप। ਇਹ ਕੋਈ ਨੇਹ ਕਲੰਕ ਆਪ ਆਇਆ ਹੈ, ਭਾਵ ਜਿਹਨੂੰ ਨਾ ਕੋਈ ਕਲੰਕ ਹੈ, ਨਾ ਭਵਿੱਖ ਵਿੱਚ ਇਹਨੂੰ ਕੋਈ ਕਲੰਕ ਲਾ ਸਕੇਗਾ, ਕੋਈ ਕਲੰਕਤ ਕਰ ਸਕੇਗਾ ਕੋਈ ਇਹਦੇ ਤੇ ਇਸ ਤਰ੍ਹਾਂ ਦਾ। जापत इसको इतो प्रताप। ਮੈਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਪ੍ਰਤਾਪ ਜਾਪ ਰਿਹਾ, ਇਹਦੇ ਉੱਤੇ ਬਹੁਤ ਜ਼ਿਆਦੀਆਂ ਬਖਸ਼ਾਂ ਹਨ। नकार अक्षर उन मोहरे धरियो। ਉਹਨੇ ਇਸ ਪ੍ਰਕਾਰ ਜਦੋਂ ਨੇਹ ਕਲੰਕ ਕਿਹਾ ਤੇ ਨੇਹ ਕਲੰਕ ਦਾ ਪਹਿਲਾ ਅੱਖਰ ਜਿਹੜਾ ਹੈ ਉਹ ਨੰਨਾ ਹੁੰਦਾ ਹੈ। ਸੋ ਨੰਨਾ ਮੂੰਹ ਚੋਂ ਨਿਕਲਣ ਕਰਕੇ नेह कलंक ते नानक कहवायो। ਇਹ ਫਿਰ ਗੱਲ ਬਣ ਗਈ ਵੀ ਇਹਦਾ ਨਾਂ ਨੰਨੇ ਤੋਂ ਨਾਨਕ ਰੱਖ ਦਿਓ। ਇੱਕ ਵਿਚਾਰ। ਦੂਸਰੀ ਵਿਚਾਰ ਇਹ ਵੀ ਹੈ ਵਿਦਵਾਨਾਂ ਦੀ ਕਿ ਹਜ਼ੂਰ ਤੋਂ ਲਗਭਗ 5 ਵਰੇ ਬੇਬੇ ਨਾਨਕੀ ਜੀ ਉਮਰ ਵਿੱਚ ਵੱਡੇ ਸਨ। ਸਾਡੇ ਉੱਥੇ ਆਮ ਇੱਕ ਪਰੰਪਰਾ ਹੈ ਵੀ ਜਦੋਂ ਕਿਸੇ ਨਵ-ਵਿਆਹੁਤਾ ਲੜਕੀ ਦੇ ਘਰ ਬੱਚੇ ਦਾ ਜਨਮ ਹੋਣ ਵਾਲਾ ਹੋਵੇ ਤੇ ਕਿਉਂਕਿ ਮਾਵਾਂ ਧੀਆਂ ਦਾ ਅਕਸਰ ਬਹੁਤ ਪਿਆਰ ਹੁੰਦਾ ਹੈ ਟਾਵੇਂ ਕੇਸ ਛੱਡ ਕੇ, ਔਰ ਮਾਵਾਂ ਧੀਆਂ ਇੱਕ ਦੂਜੇ ਨਾਲ ਆਪਣਾ ਬਹੁਤ ਸਾਰੀਆਂ ਸੀਕ੍ਰੇਟ ਗੱਲਾਂ ਵੀ ਸ਼ੇਅਰ ਕਰ ਲੈਂਦੀਆਂ ਨੇ। ਸੋ ਸਾਡੇ ਸਮਾਜ ਵਿੱਚ ਉਦੋਂ ਵੀ ਤੇ ਅੱਜ ਵੀ ਇਹ ਪਰੰਪਰਾ ਹੈ ਵੀ ਜਦੋਂ ਪ੍ਰਸੂਤ ਦੀ ਕਿਰਿਆ ਹੋਣੀ ਹੈ, ਡਿਲੀਵਰੀ ਤੋਂ ਪਹਿਲਾਂ ਆਮ ਤੌਰ ਤੇ ਲੜਕੀਆਂ ਨੂੰ ਪੇਕੇ ਘੱਲ ਦਿੱਤਾ ਜਾਂਦਾ ਹੈ। ਸੋ ਮਾਤਾ ਤ੍ਰਿਪਤਾ ਜੀ ਨੂੰ ਵੀ ਉਹਨਾਂ ਦੇ ਪੇਕੇ ਪਿੰਡ ਚਹਿਲ ਜਿਹੜਾ ਗੁਰੂ ਨਾਨਕ ਸਾਹਿਬ ਦਾ ਨਾਨਕਾ ਪਿੰਡ ਹੈ, ਦਾਦਕਾ ਪਿੰਡ ਮਹਾਰਾਜ ਦਾ ਜਿਹੜਾ ਉਹ ਪਿੱਟੇ ਵੇਡ ਹੈ, ਡਿਸਟ੍ਰਿਕਟ ਅੰਮ੍ਰਿਤਸਰ ਵਿੱਚ ਰਾਏ ਭੋਜ ਦੀ ਤਲਵੰਡੀ ਉਹਨਾਂ ਦਾ ਜੱਦੀ ਪਿੰਡ ਨਹੀਂ ਹੈ। ਆਪ ਜੀ ਦੇ ਗਿਆਤ ਲਈ ਮਰਜ ਕਰਾਂ, ਹੁਣ ਇਹ ਪਿੱਟੇਵੜ ਤਰਨਤਾਰਨ ਤੋਂ ਨੇੜੇ ਪੈ ਜਾਂਦਾ, ਸ਼ਾਇਦ ਉਹਨਾਂ ਨੇ ਇਹ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਹੀ ਕਰ ਦਿੱਤਾ। ਸੋ ਕਾਰੋਬਾਰ ਕਰਕੇ ਮਹਿਤਾ ਜੀ ਰਾਏ ਭੋਜ ਦੀ ਤਲਵੰਡੀ ਗਏ ਸਨ, ਉਹਨਾਂ ਦਾ ਜੱਦੀ ਪਿੰਡ ਇਹ ਨਹੀਂ ਸੀ। ਸੋ ਚਹਿਲ ਪਿੰਡ ਮਾਤਾ ਤ੍ਰਿਪਤਾ ਜੀ ਨੂੰ ਉਦੋਂ ਭੇਜ ਦਿੱਤਾ ਸੀ ਜਦੋਂ ਬੇਬੇ ਨਾਨਕੀ ਦਾ ਜਨਮ ਹੋਇਆ। ਹੁਣ ਜਦੋਂ ਜਨਮ ਹੋਇਆ ਤੇ ਬੇਬੇ ਨਾਨਕੀ ਵੀ ਕੋਈ ਸਧਾਰਨ ਲੜਕੀ ਨਹੀਂ ਸੀ, ਬਹੁਤ ਪੇਸ਼ੈਂਸ ਸੀ। ਇਹ ਉਹ ਬੀਬੀ ਹੈ ਜਦੋਂ ਸਾਰੇ ਡੋਲ ਗਏ ਸਨ ਨਾ, ਮਹਾਰਾਜ ਵੇਂਚ ਪ੍ਰਵੇਸ਼ ਕੀਤਾ, तमाम ਲੋਕ ਡੋਲ ਗਏ। ਕੋਈ ਕਵੇ ਪਾਣੀ ਚ ਹੜ ਗਿਆ ਹੈ, ਕੋਈ ਕਵੇ ਡੁੱਬ ਗਿਆ ਹੈ, ਕੋਈ ਕਵੇ ਮੋਦੀ ਖਾਨੇ ਚ ਘਾਟਾ ਪੈ ਗਿਆ ਭੱਜ ਗਿਆ, ਜਿੰਨੇ ਮੂੰਹ ਹੋਣੀਆਂ ਗੱਲਾਂ। ਤੇ ਜਦੋਂ ਲੋਕੀ ਕਹਿਣ ਡੁੱਬ ਮਰਿਆ ਹੈ ਤੇ ਭੈਣ ਨਾਨਕੀ ਆਖੇ ਦੁਨੀਆ ਦੇ ਲੋਗੋ ਕਿਉਂ ਗੁਸਤਾਖੀ ਕਰਦੇ ਹੋ, ਜਿਹੜਾ ਸਾਰੇ ਜਹਾਨ ਨੂੰ ਤਾਰਨ ਆਇਆ ਹੈ ਉਹ ਭਲਾ ਆਪ ਕਿਵੇਂ ਡੁੱਬ ਸਕਦਾ। ਮੇਰਾ ਵੀਰ ਆਵੇਗਾ ਔਰ ਜ਼ਰੂਰ ਆਵੇਗਾ, ਤੁਸੀਂ ਦੇਖ ਲਿਓ, ਅਵਸ਼ ਆਵੇਗਾ। ਉਹੀ ਗੱਲ ਹਜ਼ੂਰ ਦੂਜੇ ਤੀਜੇ ਦਿਨ ਆ ਗਏ ਤੇ ਬੇਬੇ ਨਾਨਕੀ ਫਕਰ ਨਾਲ ਆਖੇ ਵੇਖੋ ਮੈਂ ਤੁਹਾਨੂੰ ਕਹਿੰਦੀ ਸਾਂ ਨਾ, ਜਿਹੜਾ ਸਾਰੇ ਸੰਸਾਰ ਨੂੰ ਤਾਰਨ ਆਇਆ ਉਹ ਆਪ ਕਿਵੇਂ ਡੁੱਬ ਸਕਦਾ। ਇੱਥੋਂ ਤੱਕ ਬਾਪੂ ਕਲਿਆਣ ਦਾਸ ਵੀ ਆ ਗਏ, ਤ੍ਰਿਪਤਾ ਨੂੰ ਵੀ ਸੱਦ ਲਿਆ ਵੀ ਨਾਨਕ ਵੇਂਚ ਵੜਿਆ ਸੀ, ਨਿਕਲਿਆ ਨਹੀਂ, ਵੀ ਕੱਲ ਨੂੰ ਇਹ ਨਾ ਕਿਉਂ ਕਿੱਥੇ ਗਿਆ, ਆ ਕੇ ਖੋਜ ਕਰ ਲਓ। ਸਾਰੇ ਡੋਲ ਗਏ, ਭਾਈਆ ਜੈ ਰਾਮ ਵੀ ਡੋਲ ਗਿਆ, ਮੂਲਾ ਵੀ ਡੋਲ ਗਿਆ, ਚੰਦੋ ਰਾਣੀ ਗੁਰੂ ਨਾਨਕ ਸਾਹਿਬ ਦੀ ਸੱਸ ਵੀ ਡੋਲ ਗਈ, ਮਾਤਾ ਸੁਲੱਖਣੀ ਵੀ ਡੋਲ ਗਈ, ਭਾਈਆ ਜੈ ਰਾਮ ਵੀ ਡੋਲ ਗਏ, ਦੌਲਤ ਖਾਨ ਲੋਧੀ ਵੀ ਡੋਲ ਗਿਆ। ਜੇ ਕੋਈ ਨਹੀਂ ਡੋਲਿਆ ਤੇ ਬੇਬੇ ਨਾਨਕੀ ਨਹੀਂ ਡੋਲੀ। ਔਰ ਫਿਰ ਬੇਬੇ ਨਾਨਕੀ ਸ਼ਖਸੀਅਤ ਕਿਸ ਤਰ੍ਹਾਂ ਦੀ ਹੈ, ਤਾ ਉਮਰ ਘਰ ਵਿੱਚ ਸੰਤਾਨ ਨਹੀਂ ਹੋਈ, ਨਾ ਕਿਸੇ ਪੁੱਤਰ ਦਾ ਜਨਮ ਹੋਇਆ, ਨਾ ਕਿਸੇ ਧੀ ਦਾ ਜਨਮ ਹੋਇਆ। ਜਦੋਂ ਅਰਦਾਸ ਕੀਤੀ, ਵੀਰ ਮੇਰੇ ਵਾਸਤੇ ਅਰਦਾਸ ਕਰ, ਮੈਨੂੰ ਨਾਮ ਚੇਤਾ ਆਵੇ। ਕਦੀ ਇਤਿਹਾਸ ਵਿੱਚ ਜ਼ਿਕਰ ਨਹੀਂ ਮਿਲਦਾ ਵੀਰ ਤੂੰ ਤੇ ਸਾਰੇ ਸੰਸਾਰ ਨੂੰ ਦਾਤਾਂ ਵੰਡਣਾ ਹੈ, ਇੱਕ ਪੁੱਤਰ ਦੀ ਦਾਤ ਮੈਨੂੰ ਵੀ ਦੇ ਦੇ। ਕਿਉਂਕਿ ਆਈਡੀਓਲੋਜੀ ਇਹ ਸੀ ਵੀ ਵੀਰ ਨੂੰ ਦਿਸਦਾ ਹੀ ਪਿਆ, ਜੇ ਮੇਰੀ ਰਿਕੁਆਇਰਮੈਂਟ ਹੋਵੇਗੀ ਤੇ ਮੇਰਾ ਵੀਰ ਤੇ ਆਪ ਨਿਰੰਕਾਰ ਸਰੂਪ ਹੈ, ਆਪੇ ਕਿਰਪਾ ਕਰੇਗਾ। ਸੋ ਬੇਬੇ ਨਾਨਕੀ ਦਾ ਜਨਮ ਨਾਨਕੇ ਪਿੰਡ ਹੋਇਆ ਤੇ ਸਿਆਣੀਆਂ ਮਾਈਆਂ ਨੇ ਆਖਿਆ ਜੀ ਨਾਨਕੇ ਪੈਦਾ ਹੋਈਏ, ਨਾਮ ਹੀ ਨਾਨਕੀ ਵੀ ਰੱਖ ਛੱਡੋ। ਇੱਕ ਵਿਚਾਰ ਇਹ ਹੈ, ਵੱਡੀ ਭੈਣ ਦਾ ਨਾਮ ਨਾਨਕੀ ਹੈ ਤੇ ਮਿਲਦਾ ਜੁਲਦਾ ਨਾਮ ਨਾਨਕ ਰੱਖ ਦਿਓ। ਰਤਨ ਸਿੰਘ ਭੰਗੂ ਦੀ ਸੋਚ ਹੈ ਬਈ ਨੇਕ ਕਲੰਕ ਸ਼ਬਦ ਉਚਾਰਨ ਕੀਤਾ ਪੱਤਰੀ ਬਣਾਉਣ ਵਾਲੇ ਪੰਡੇ ਨੇ, ਉਹ ਕਹਿਣ ਲੱਗਾ ਜੀ ਨੰਨਾ ਅੱਖਰ ਪਹਿਲਾਂ ਮੂੰਹੋਂ ਨਿਕਲਿਆ, ਇਸ ਕਰਕੇ ਨੰਨੇ ਅੱਖਰ ਤੋਂ ਰੱਖੋ। ਸੋ ਨੰਨੇ ਤੋਂ ਨਾਨਕ ਨਾਮ ਰੱਖਿਆ ਗਿਆ। ਜੋ ਕੋ ਪਾਵੇ ਦਰਸ਼ਨ ਆਏ। ਜਿਹੜਾ ਵੀ ਬਾਲਕ ਗੁਰੂ ਨਾਨਕ ਦੇ ਦੀਦਾਰ ਕਰਦਾ ਸੀ, ਹੋਏ ਪ੍ਰਸੰਨ ਬਹੁ ਮੋਹਿਓ ਜਾਏ। ਉਹ ਦਰਸ਼ਨ ਕਰਕੇ ਖੁਸ਼ ਹੋ ਜਾਂਦਾ ਤੇ ਮਹਾਰਾਜ ਉਹਦੇ ਮਨ ਨੂੰ ਮੋਹ ਲੈਂਦੇ ਸਨ। ਕਈ ਵਾਰ ਬਹੁ ਦੇਖਿਓ ਚਾਹੈ। ਔਰ ਜਿਹੜਾ ਇੱਕ ਵਾਰੀ ਦੀਦਾਰ ਕਰ ਲੈਂਦਾ ਸੀ, ਉਹ ਦਿਹਾੜੀ ਵਿੱਚ ਕਈ ਵਾਰ
ਮਿਲਣਾ ਚਾਹੁੰਦਾ ਸੀ, ਵੇਖਣਾ ਚਾਹੁੰਦਾ ਸੀ ਗੁਰੂ ਨਾਨਕ ਨੂੰ। ਦੇਖਤ ਦਰਸ ਨਾ ਉਸ ਤ੍ਰਿਪਤ ਹੈ। ਜਿਹੜਾ ਵੀ ਗੁਰੂ ਨਾਨਕ ਦੇ ਦੀਦਾਰ ਕਰਦਾ ਸੀ, ਉਹ ਦੀਦਾਰ ਕਰਦਾ ਕਰਦਾ ਤ੍ਰਿਪਤ ਨਹੀਂ ਸੀ ਹੁੰਦਾ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੀ। ਜਿਸ ਤਰ੍ਹਾਂ ਚਕੋਰ ਚੰਦਰਮੇ ਨੂੰ ਵੇਖ ਵੇਖ ਕੇ ਰੱਜਦੀ ਹੋਈ ਨਹੀਂ, ਵੇਖੀ ਤੁਰੀ ਜਾਂਦੀ ਹੈ। ਲੋਕ ਇਸ ਤਰ੍ਹਾਂ ਚਕੋਰ ਵਾਂਗੂ ਗੁਰੂ ਨਾਨਕ ਸਾਹਿਬ ਨੂੰ ਤੱਕੀ ਤੁਰੇ ਜਾਂਦੇ ਸਨ। ਦੋਹਰਾ ਕੋ ਕਹੈ ਭਇਓ ਸਿੱਧ, ਕੋ ਕਹੈ ਅਵਤਾਰ। ਕੋਈ ਕਹਿੰਦਾ ਵੀ ਇਹ ਕੋਈ ਸਿੱਧ ਪੁਰਸ਼ ਨੇ ਜਨਮ ਲਿਆ ਹੈ, ਕੋਈ ਕਹਿੰਦਾ ਹੈ ਕੋਈ ਅਵਤਾਰੀ ਪੁਰਸ਼ ਹੈ। ਕੋ ਕਹੈ ਪਾਤਸ਼ਾਹ ਹੋਏ ਗੋ ਸੋ ਛਤਰ ਧਾਰ। ਕੋਈ ਕਹਿੰਦਾ ਵੀ ਇਹ ਬੱਚੇ ਦੇ ਅੰਗ ਚੇਨ ਚੱਕਰ ਦੱਸਦੇ ਨੇ ਵੀ ਆਉਣ ਵਾਲੇ ਸਮੇਂ 'ਚ ਕੋਈ ਧਾਰਮਿਕ ਆਗੂ ਜਾਂ ਕੋਈ ਰਾਜਨੀਤਿਕ ਆਗੂ ਬਣੇਗਾ। ਚੌਪਈ ਧਨਵਾਨ ਕਹਿ ਦਈਏ ਯਾਹੇ। ਕੋਈ ਕਹਿੰਦਾ ਵੀ ਇਹ ਬਹੁਤ ਧਨਵਾਨ ਹੋਵੇਗਾ। ਨਿਰਧਨ ਕਹਿ ਧਨ ਇਤ ਸੇਵਾਹੇ। ਔਰ ਨਿਰਧਨ ਕਹਿੰਦੇ ਨੇ ਸਾਡੀ ਗਰੀਬੀ ਕੱਟਣ ਆਇਆ ਹੈ। ਕੋ ਕਹਿ ਇਸ ਸੇਵ ਪ੍ਰਤਾਵੈ। ਕੋਈ ਕਵੇ ਇਹਦੀ ਸੇਵਾ ਕਰਕੇ ਇਹਦਾ ਪ੍ਰਤਾਵਾ ਲੈਣਾ ਚਾਹੀਦਾ ਹੈ। ਸੁਖਨਾ ਸੁਖੈ ਮੁਰਾਦਾਂ ਪਾਵੈ। ਕਈ ਸੁਖਣਾ ਸੁਖਦੇ ਨੇ ਵੀ ਜੇ ਸੁਖਣਾ ਪੂਰੀ ਹੋ ਗਈ ਫਿਰ ਪੂਰਾ ਹੋਵੇਗਾ। ਇਸ ਪ੍ਰਕਾਰ ਜਿਮ ਜਿਮ ਸਤਿਗੁਰ ਕਲ ਪ੍ਰਗਟਾਵੈ। ਜਿਵੇਂ ਜਿਵੇਂ ਸਤਿਗੁਰੂ ਕਲਯੁਗ ਵਿੱਚ ਆਪਣੇ ਚੋਜ ਕਰ ਰਹੇ ਹਨ, ਤਿਮ ਤਿਮ ਲੋਕ ਸੁਦੇਖਣ ਆਵੈ। ਤਿਵੇਂ ਤਿਵੇਂ ਲੋਕ ਜਿਹੜੇ ਆਲਿਓਂ ਦੁਆਲਿਓਂ ਹਜ਼ੂਰ ਦੇ ਦੀਦਾਰ ਕਰਨ ਆ ਰਹੇ ਸਨ। ਜੋ ਚਿਤ ਚਿਤਵੈ ਸੋ ਸੁਨਾਏ। ਜੋ ਕੋਈ ਚਿਤਵਦਾ ਹੈ ਵੀ ਅੱਜ ਮੈਂ ਇਸ ਤਰ੍ਹਾਂ ਗੁਰੂ ਨਾਨਕ ਦਾ ਮੇਰੇ ਨਾਲ ਕੌਤਕ ਹੋਵੇ, ਉਹਦੇ ਨਾਲ ਉਸ ਤਰ੍ਹਾਂ ਦਾ ਹੀ ਵਾਪਰ ਜਾਂਦਾ ਸੀ। ਅਗਮ ਨਿਗਮ ਕੀ ਬਾਤ ਬਤਾਏ। ਸਤਿਗੁਰੂ ਜੀ ਹੁਣ ਥੋੜੇ ਵੱਡੇ ਹੋ ਗਏ ਨੇ, ਬਚਨ ਬਿਲਾਸ ਕਰਨ ਲੱਗ ਪਏ ਨੇ ਤੇ ਬਹੁਤ ਪਾਏਦਾਰ ਬੜੀਆਂ ਗੰਭੀਰ ਅਗਮ ਨਿਗਮ ਦੀਆਂ ਗੱਲਾਂ ਕਰਦੇ ਹਨ। ਕਾਲੂ ਕੇ ਮਨ ਪੁੱਤਰ ਭਾਏ। ਵੇਖ ਵੇਖ ਕੇ ਮਹਿਤਾ ਕਲਿਆਣਦਾਸ ਜੀ ਨੂੰ ਪੁੱਤਰ ਪਾਉਂਦਾ ਹੈ, ਚੰਗਾ ਲੱਗਦਾ ਹੈ। ਚਹਿ ਕਰਾਈ ਕਾਰ ਉਨ ਪਾਹੇ। ਔਰ ਹੁਣ ਸਤਿਗੁਰੂ ਪੋਡਰ ਹੋ ਗਏ ਨੇ, ਟੀਨੇਜਰ ਹੋ ਗਏ ਨੇ ਤੇ ਮਹਿਤਾ ਜੀ ਦੀ ਇਹ ਸੋਚ ਹੈ ਵੀ ਇਹਨਾਂ ਨੂੰ ਕਿਸੇ ਕੰਮੇ ਲਾਇਆ ਜਾਵੇ। ਆਗਿਆ ਪਿਤ ਕੀ ਮੋੜੈ ਨਾਹੀ। ਸਤਿਗੁਰੂ ਜੀ ਪਿਤਾ ਗੁਰੂ ਨਾਨਕ ਦੇਵ ਆਪਣੇ ਬਾਪੂ ਦੀ ਆਗਿਆ ਦਾ ਪਾਲਣ ਕਰਦੇ ਨੇ, ਆਗਿਆ ਨੂੰ ਮੋੜਦੇ ਨਹੀਂ ਹਨ। ਜਿਤ ਵੱਲ ਤੋਰੈ ਤਿਤ ਵੱਲ ਜਾਹੀ। ਜਿੱਧਰ ਸਤਿਗੁਰੂ ਜੀ ਨੂੰ ਭੇਜਦੇ ਨੇ ਸੱਚੇ ਪਾਤਸ਼ਾਹ ਉਧਰ ਹੀ ਚਲੇ ਜਾਂਦੇ ਹਨ। ਸਤਨਾਮ ਜਪ ਮੁਖ ਤੇ ਕਰੈ। ਹਮੇਸ਼ਾ ਸਤਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦੇ ਰਹਿੰਦੇ ਸਨ। ਕਰਤਾ ਪੁਰਖ ਕਹਿ ਬਚਨ ਉਚਰੈ। ਔਰ ਸਤਿਗੁਰੂ ਜੀ ਦਾ ਤਕੀਆ ਕਲਾਮ ਜਿਹੜਾ ਸੀ ਉਹ ਕਰਤਾਰ ਸੀ, ਸਤ ਕਰਤਾਰ। ਸਤ ਕਰਤਾਰ ਅਕਾਲ ਪੁਰਖ ਦਾ ਹੀ ਪਰਿਆਇਵਾਚੀ ਹੈ। ਯਹੀ ਉਪਦੇਸ਼ ਸਭ ਬਾਲਨ ਦੇਵੈ। ਔਰ ਆਪਣੇ ਹਮ ਉਬਰ ਬੱਚਿਆਂ ਵਿੱਚ ਵੀ ਸਤਿਗੁਰੂ ਇਹ ਹੀ ਉਪਦੇਸ਼ ਕਰਦੇ ਸਨ, ਭਾਈ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਕਰੋ। ਸਤ ਕਰਤਾਰ ਉਨ ਮੁਖੋ ਕਹੇਵੈ। ਅੱਗੇ ਅੱਗੇ ਆਪ ਸਤ ਕਰਤਾਰ ਕਹਿੰਦੇ ਸਨ ਤੇ ਪਿੱਛੇ ਪਿੱਛੇ ਬੱਚਿਆਂ ਤੋਂ ਅਖਵਾਇਆ ਕਰਦੇ ਸਨ। ਦੋਹਰਾ ਕੀਓ ਤੰਤਾਰੋ ਕਾਨਨਨ ਮਰਦਾਨੈ ਦਿਓ ਫੜਾਏ। ਹੁਣ ਉਹ ਵੀ ਸਮਾਂ ਆ ਗਿਆ ਜਦੋਂ ਸਤਿਗੁਰੂ ਜੀ ਨੇ ਰਬਾਬ ਤਿਆਰ ਕਰਵਾਈ ਔਰ ਉਹ ਰਬਾਬ ਤਿਆਰ ਕਰਵਾ ਕੇ ਆਪਣੇ ਹਮਜੋਲੀ, ਆਪਣੇ ਹਮ ਖਿਆਲ, ਆਪਣੇ ਮਿੱਤਰ ਮਰਦਾਨੇ ਦੇ ਹੱਥ ਪਕੜਾ ਦਿੱਤੀ। ਮਰਦਾਨਿਆਂ ਤੂੰ ਰਬਾਬ ਵਜਾਇਆ ਕਰ, ਆਪਾਂ ਦੋਵੇਂ ਜਣੇ ਕਰਤਾ ਪੁਰਖ ਦੀ ਸਿਫਤ ਸਲਾਹ ਦੇ ਗੀਤ ਗਾਇਆ ਕਰਾਂਗੇ। ਬਜਾਏ ਸ਼ਬਦ ਬਹਿ ਗਾਵਈ ਸਭ ਬਾਲਣ ਸਾਥ ਰਲਾਏ। ਜਦੋਂ ਸਤਿਗੁਰੂ ਜੀ ਨੂੰ ਬਾਣੀ ਆਕਾਸ਼ਵਾਣੀ ਹੁੰਦੀ ਏ ਤੇ ਹਜ਼ੂਰ ਕਹਿੰਦੇ ਨੇ ਮਰਦਾਨਿਆਂ ਰਬਾਬ ਵਜਾ ਕਾਈ ਸਿਫਤ ਖੁਦਾ ਦੇ ਨਾਮ ਦੀ ਕਰੀਏ। ਭਾਈ ਸਾਹਿਬ ਰਬਾਬ ਵਜਾਉਂਦੇ ਨੇ, ਹਜ਼ੂਰ ਕੀਰਤਨ ਕਰਦੇ ਨੇ ਤੇ ਜਿੰਨੇ ਹਮ ਉਮਰ ਬੱਚੇ ਨੇ ਉਹ ਵੀ ਮਹਾਰਾਜ ਦੇ ਨਾਲ ਉਸ ਤਰ੍ਹਾਂ ਹੀ ਕੀਰਤਨ ਕਰਨਾ ਸ਼ੁਰੂ ਕਰ ਦਿੰਦੇ ਹਨ। ਚੌਪਈ ਜੇ ਸਭ ਬਾਲਨ ਕਥਾ ਲਿਖਾਈ। ਇਸ ਪ੍ਰਕਾਰ ਦਾ ਕੌਤਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਰ ਰਹੇ ਹਨ। ਵੱਡਾ ਗ੍ਰੰਥ ਵੱਡ ਅੰਤ ਨਾ ਪਾਈ। ਇਸ ਪ੍ਰਕਾਰ ਮੈਂ ਸਤਿਗੁਰੂ ਦੀ ਕਥਾ ਲਿਖ ਰਿਹਾ, ਸੰਖੇਪ ਵਿੱਚ ਮੈਂ ਵਿਸਥਾਰ ਚ ਰਤਨ ਸਿੰਘ ਭੰਗੂ ਸਾਹਿਬ ਕਹਿੰਦੇ ਤਾਂ ਨਹੀਂ ਜਾ ਰਿਹਾ ਵੀ ਜੇ ਮੈਂ ਵਿਸਥਾਰ ਸਹਿਤ ਇਤਿਹਾਸ ਦਾ ਜ਼ਿਕਰ ਕੀਤਾ ਤੇ ਗ੍ਰੰਥ ਬਹੁਤ ਵੱਡਾ ਹੋ ਜਾਵੇਗਾ। ਜਾਂ ਤੇ ਮੈਂ ਅਬ ਸੋਚ ਸੋ ਕਹਾਂ। ਇਸ ਲਈ ਮੈਂ ਇਹਨੂੰ ਸੰਖੇਪ ਵਿੱਚ, ਜਿਹਨੂੰ ਬਰੀਫਲੀ ਕਹਿੰਦੇ, ਉਸ ਤਰ੍ਹਾਂ ਬਿਆਨ ਕਰ ਰਿਹਾ ਹਾਂ। ਬੀਜ ਮਾਤਰ ਕੁਛ ਲਿਖਿਓ ਚਾਹੋ। ਮੈਂ ਇਹ ਸਾਰਾ ਬੀਜ ਮਾਤਰ ਇਤਿਹਾਸ ਲਿਖਣਾ ਚਾਹੁੰਦਾ। ਜਿਵੇਂ ਸੰਗਤ ਜੀ ਬੀਜ ਵਿੱਚੋਂ ਬੂਟਾ ਨਿਕਲ ਪੈਂਦਾ,
ਇਸ ਤਰ੍ਹਾਂ ਭਾਈ ਸਾਹਿਬ ਦਾ ਗ੍ਰੰਥ ਜਿਹੜਾ ਹੈ ਉਹਦੇ ਵਿੱਚ ਛੋਟੇ ਛੋਟੇ ਬਚਨਾਂ ਚੋਂ ਹੀ ਇਤਿਹਾਸ ਦਾ ਬਹੁਤ ਵੱਡਾ ਖੁਲਾਸਾ ਹੋ ਜਾਂਦਾ ਹੈ। ਸੋ ਮੈਂ ਬੀਜ ਮਾਤਰ ਹੀ ਲਿਖ ਰਿਹਾ ਹਾਂ। ਜਿਮ ਬਾਲਨ ਸੋ ਖੇਡ ਖੜਾਈ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਬਾਲ ਲੀਲਾ ਕਰਿਆ ਕਰਦੇ ਸਨ, ਖੇਤੀ ਉਜਾੜੀ ਫੇਰ ਜਮਾਈ। ਤੇ ਜਿਸ ਤਰ੍ਹਾਂ ਸੰਗਤ ਜੀ ਪਸ਼ੂ ਚਾਰਦਿਆਂ ਖੇਤੀ ਉਜੜ ਗਈ, ਤੇ ਜਦੋਂ ਕਿਸਾਨਾਂ ਨੇ ਐਤਰਾਜ਼ ਕੀਤਾ ਤੇ ਜਾ ਕੇ ਹਾਕਮ ਦੇ ਕਰਿੰਦਿਆਂ ਨੇ ਵੇਖਿਆ ਤੇ ਉਹ ਖੇਤੀ ਫਿਰ ਉਸੇ ਤਰ੍ਹਾਂ ਹਰੀ ਭਰੀ। ਇਸ ਤਰ੍ਹਾਂ ਦੇ ਅਜਮਤਾਂ, ਇਸ ਤਰ੍ਹਾਂ ਦੀਆਂ ਕਰਾਮਾਤਾਂ ਸੁਤੇ ਸੇਧੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚ ਹੋਈਆਂ। ਜਿਮ ਬਲਵੰਡ ਸੋ ਬਾਬਾ ਦੇਖਾ, ਜਿਸ ਪ੍ਰਕਾਰ ਸੰਗਤ ਜੀ ਬਾਬੇ ਦੇ ਕੌਤਕ ਰਾਏ ਬੁਲਾਰ ਨੇ ਫਿਰ ਤੱਕੇ ਤਲਵੰਡੀ ਦੀ ਧਰਤੀ ਤੇ। ਸ਼ਾਮ ਕਰਤ ਸਰਪ ਫਨ ਸਿਉ ਪੇਖਾ, ਸਤਿਗੁਰੂ ਪਸ਼ੂ ਚਾਰਦੇ ਚਾਰਦੇ ਆਰਾਮ ਕਰਨ ਲੱਗ ਪਏ। ਦਰਖਤ ਦੀ ਛਾਵੇਂ, ਦਰਖਤ ਦੀ ਛਾਂ ਸਰਕ ਗਈ ਤੇ ਹਜ਼ੂਰ ਦੇ ਮੁਖਾਰਬਿੰਦ ਤੇ ਧੁੱਪ ਵੇਖ ਕੇ ਬਾਸਕ ਨਾਗ ਨੇ ਫਨ ਖਿਲਾਰ ਕੇ ਹਜ਼ੂਰ ਦੇ ਚਿਹਰੇ ਤੇ ਛਾਂ ਕੀਤੀ। ਰਾਏ ਬੁਲਾਰ ਕਿਸੇ ਪਾਸਿਓਂ ਆ ਰਿਹਾ ਸੀ, ਉਹਨੇ ਰੁਕ ਕੇ ਸਾਰਾ ਕੌਤਕ ਵੇਖਿਆ। ਉਹ ਬੜਾ ਪ੍ਰਭਾਵਿਤ ਹੋਇਆ। ਇਹ ਕੋਈ ਪ੍ਰਤਾਪੀ ਪੁਰਖ ਹੈ। ਜਿਹੜੇ ਸੱਪ ਲੋਕਾਂ ਨੂੰ ਡੰਗਦੇ ਨੇ, ਉਹ ਸਾਪੇ ਦੇ ਚਿਹਰੇ ਦੇ ਉੱਤੇ ਛਾਂ ਕਰ ਰਿਹਾ, ਕੋਈ ਸਧਾਰਨ ਮਨੁੱਖ ਨਹੀਂ ਹੈ। ਔਰ ਅਚੰਬੇ ਕੀਤੇ ਭਏ, ਹੋਰ ਕਈ ਪ੍ਰਕਾਰ ਦੇ ਕੌਤਕ ਵੇਖੇ, ਜਿਨ੍ਹਾਂ ਨੂੰ ਵੇਖ ਵੇਖ ਕੇ ਬੜੇ ਅਚੰਭਤ ਹੋ ਗਏ ਸਨ। ਸੁਨੇ ਰਾਏ ਕਿਛ ਅੱਖੀ ਦਿਖੀਏ, ਕਈ ਗੱਲਾਂ ਰਾਏ ਬੁਲਾਰ ਨੇ ਆਪਣੀਆਂ ਅੱਖਾਂ ਨਾਲ ਵੀ ਮਹਾਰਾਜ ਦੇ ਕੌਤਕ ਵੇਖੇ ਸਨ। ਜਿਮ ਕਰ ਰਾਏ ਮਨ ਪਤੀ ਆਇਓ, ਇਸ ਕਰਕੇ ਰਾਏ ਬੁਲਾਰ ਦਾ ਮਨ ਗੁਰੂ ਨਾਨਕ ਸੱਚੇ ਪਾਤਸ਼ਾਹ ਵਿੱਚ ਪਤੀਜ ਗਿਆ ਸੀ। ਸਦ ਕਰ ਨਾਨਕ ਆਦਰ ਕਰਵਾਇਓ, ਉਹ ਬੜਾ ਆਦਰ ਆਪ ਵੀ ਗੁਰੂ ਨਾਨਕ ਮਹਾਰਾਜ ਦਾ ਕਰਦਾ ਸੀ ਤੇ ਹੋਰਨਾਂ ਤੋਂ ਵੀ ਕਰਵਾਇਆ ਕਰਦਾ ਸੀ। ਦੋਹਰਾ ਸਦ ਬਲਵੰਡ ਆਦਰ ਕੀਓ, ਪੁੱਤਰ ਭੋਏ ਦਿਓ ਸੋ ਪਾਏ। ਸੰਗਤ ਜੀ ਬਹੁਤ ਆਦਰ ਕੀਤਾ। ਚਲਦੀ ਕਥਾ ਵਿੱਚ ਮੈਂ ਬੇਨਤੀ ਕਰਦਿਆਂ ਅੱਜ ਜੋ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜਨਮ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਂ ਤੇ ਕਈ ਹਜ਼ਾਰ ਏਕੜ ਜ਼ਮੀਨ ਹੈ। ਤੁਹਾਡੇ ਗਿਆਤ ਲਈ ਮੈਂ ਅਰਜ਼ ਕਰਦੇ ਹਾਂ, ਇਹ ਜ਼ਮੀਨ ਮਹਾਰਾਜ ਦੇ ਅਨੰਨ ਸੇਵਕ ਰਾਏ ਬੁਲਾਰ ਨੇ ਹੀ ਮਹਾਰਾਜ ਦੇ ਨਾਮ ਤੇ ਲਵਾਈ ਸੀ। ਇਹ ਵੀ ਮੈਂ ਬੇਨਤੀ ਕਰਦੇ ਹਾਂ ਵੀ ਉੱਥੋਂ ਦੇ ਲੋਕਾਂ ਨੇ ਇਸ ਜ਼ਮੀਨ ਦੇ ਉੱਤੇ ਮੁਕੱਦਮਾ ਕੀਤਾ। ਉਹ ਮੁਕੱਦਮਾ 10 ਸਾਲ 20 ਸਾਲ 30 40 ਸਾਲ ਮੁਕੱਦਮਾ ਚੱਲਦਾ ਰਿਹਾ ਤੇ ਪਾਕਿਸਤਾਨ ਦੇ ਮਾਨਯੋਗ ਸੁਪਰੀਮ ਕੋਰਟ ਨੇ ਓੜਕ ਇਹ ਫੈਸਲਾ ਦਿੱਤਾ ਵੀ ਇਹ ਜੋ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਇੰਤਕਾਲ ਬੋਲਦਾ ਹੈ, ਇਹ ਇੰਤਕਾਲ ਕੈਂਸਲ ਕਰਕੇ ਕਿਸੇ ਹੋਰ ਦੇ ਨਾਂ ਤੇ ਨਹੀਂ ਕੀਤਾ ਜਾ ਸਕਦਾ। ਭਾਵੇਂ ਵਾਅਦੇ ਬਣਾਉਂਦੇ ਉਹ ਮੁਸਲਮਾਨ ਵੀਰ ਹੀ ਨੇ। ਮੈਨੂੰ ਨਹੀਂ ਲੱਗਦਾ ਵੀ ਉਚਿਤ ਮਾਮਲਾ ਹਿੱਸਾ ਠੇਕਾ ਉਹ ਦਿੰਦੇ ਨੇ, ਪਰ ਇਹ ਹਕੀਕਤ ਹੈ ਵੀ ਉਹ ਪ੍ਰਾਪਰਟੀ, ਉਹ ਜਾਇਦਾਦ ਅੱਜ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਂ ਦੇ ਉੱਤੇ ਹੀ ਬੋਲਦੀ ਹੈ। ਅੰਦਰ ਬਾਹਰ ਸਤਰ ਮਦ ਨਾਨਕ ਖੇਡੇ ਧਾਏ। ਸਤਿਗੁਰੂ ਜਿੱਥੇ ਮਰਜੀ ਵਿਚਰਦੇ ਨੇ, ਮਹਿਲਾਂ ਵਿੱਚ ਅੰਦਰ ਬਾਹਰ, ਕੋਈ ਹਜ਼ੂਰ ਨੂੰ ਟੋਕਦਾ ਨਹੀਂ। ਸਾਰੇ ਨਗਰ ਦੇ ਲੋਕ ਲਾਡ ਕਰਦੇ ਨੇ, ਪਿਆਰ ਕਰਦੇ ਨੇ ਔਰ ਸਤਿਕਾਰ ਕਰਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ। ਸੋਰਠਾ ਪਾਈ ਵਡਾਈ ਰਾਏ, ਪਾਰਸ ਲੋਹ ਤਤਬੀਰ ਸ਼ੋਹ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਤਿਕਾਰ ਕਰਨ ਕਰਕੇ ਰਾਏ ਬੁਲਾਰ ਜੀ ਦਾ ਵੀ ਬਹੁਤ ਸਤਿਕਾਰ ਹੋਣ ਲੱਗ ਪਿਆ। ਜਿਵੇਂ ਲੋਹਾ ਪਾਰਸ ਨੂੰ ਛੂਹ ਜਾਏ ਤੇ ਰਸਾਇਣਕ ਕਿਰਿਆ ਵਾਪਰ ਜਾਂਦੀ ਹੈ, ਉਹ ਗੋਲਡ ਵਿੱਚ ਰੂਪਾਂਤਰਿਤ ਸੋਨੇ ਵਿੱਚ ਪਰਿਵਰਤਿਤ ਹੋ ਜਾਂਦਾ ਹੈ ਨਾ, ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੂਹਣ ਨਾਲ ਰਾਏ ਬੁਲਾਰ ਵੀ ਸੋਨਾ ਬਣ ਗਿਆ। ਉਹਦੀ ਵੀ ਇੱਜ਼ਤ, ਉਹਦਾ ਵੀ ਆਦਰ ਹੋਣ ਲੱਗ ਪਿਆ। ਦਈ ਸੋ ਮਰੀ ਸੁਨਾਏ, ਦਿੱਲੀ ਵਜ਼ੀਰੀ ਉਨ ਲੱਭੀ। ਕਹਿੰਦੇ ਨੇ ਇਸ ਪ੍ਰਕਾਰ ਸਰਦਾਰ ਰਤਨ ਸਿੰਘ ਭੰਗੂ ਕਹਿੰਦੇ ਨੇ, ਮੈਂ ਕੈਪਟਨ ਮਰੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੀ ਕਥਾ ਬਖਸ਼ਾਂ ਕਿਵੇਂ ਪ੍ਰਾਪਤ ਹੋਈਆਂ ਉਹ ਸਾਰੀ ਸੁਣਾ ਦਿੱਤੀ, ਲਿਖ ਦਿੱਤੀ। ਚੌਪਈ ਜਬ ਬਾਬਾ ਜੀ ਭਏ ਹੁਸ਼ਿਆਰ। ਫਿਰ ਮੈਂ ਕੈਪਟਨ ਮਰੀ ਨੂੰ ਦੱਸਿਆ ਵੀ ਜਦੋਂ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਹੁਸ਼ਿਆਰ ਹੋ ਗਏ, ਮੀਨ ਥੋੜੇ ਜਿਹੇ ਸਿਆਣੇ ਹੋ ਗਏ ਉਮਰ ਕਰਕੇ, ਪੜਨ ਬਹਾਏ ਪਾਂਦੇ ਦੁਆਰ। ਉਸ ਵੇਲੇ ਮਹਿਤਾ ਕਲਿਆਣ ਦਾਸ ਜੀ ਨੇ ਆਪਣੇ ਪੁੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗੋਪਾਲ ਪਾਂਦੇ ਕੋਲ
ਮੈਥਮੈਟਿਕਸ ਸਿੱਖਣ ਵਾਸਤੇ ਭੇਜਿਆ। ਜਿਮ ਪਾਂਦਾ ਦਿਓ ਬਾਬੇ ਪੜਵਾਏ, ਜਿਵੇਂ ਪਾਂਧੇ ਨੇ ਗੁਰੂ ਨਾਨਕ ਨੂੰ ਪੜ੍ਹਾਉਣ ਦਾ ਯਤਨ ਕੀਤਾ, ਸੋ ਸਾਖੀ ਦਈ ਮਰੀ ਸੁਨਾਏ। ਮੈਂ ਉਹ ਸਾਰੀ ਸਾਖੀ ਕੈਪਟਨ ਮਰੀ ਨੂੰ ਸੁਣਾ ਦਿੱਤੀ, ਪਰ ਇੱਥੇ ਮੈਂ ਗ੍ਰੰਥ ਦੇ ਜ਼ਿਆਦਾ ਵਿਸਥਾਰ ਹੋ ਜਾਣ ਦੀ ਵਜ੍ਹਾ ਕਰਕੇ ਬਰੀਫ ਸੰਖੇਪ ਵਿੱਚ ਕਹਿ ਰਿਹਾ ਹਾਂ। ਔਰ ਅਚੰਭੇ ਬਹੁਤ ਦਿਖਾਏ, ਹੋਰ ਵੀ ਜੋ ਗੁਰੂ ਨਾਨਕ ਨੇ ਲੋਕਾਂ ਨੂੰ ਅਚੰਭਤ ਕੀਤਾ ਸੀ, ਜੋ ਕੌਤਕ ਕੀਤੇ ਸਨ, ਉਹ ਵੀ ਸਾਰੇ ਕੌਤਕ ਮੈਂ ਰਾਏ ਬੁਲਾਰ ਨੂੰ ਭਾਵ ਕੈਪਟਨ ਮਰੀ ਨੂੰ ਸੁਣਾ ਦਿੱਤੇ। ਬੜਤ ਗ੍ਰੰਥ ਸਭ ਇਹਾ ਲਿਖਾਏ, ਗ੍ਰੰਥ ਜ਼ਿਆਦਾ ਵੱਧ ਨਾ ਜਾਏ ਇਸ ਕਰਕੇ ਮੈਂ ਵਿਸਥਾਰ ਨਹੀਂ ਕਰ ਰਿਹਾ ਹਾਂ। ਔਰ ਬਾਬੇ ਜਬ ਭਇਆ ਵਿਆਹ, ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਵਿਆਹ ਹੋ ਗਿਆ। ਭਏ ਬੇਟੇ ਦੋ ਉਨ ਧਰਿਓ ਨਾਏ, ਉਹਨਾਂ ਦੇ ਘਰ 2 ਪੁੱਤਰਾਂ ਦਾ ਜਨਮ ਹੋਇਆ। ਉਹਨਾਂ ਦੇ ਬਾਕਾਇਦਾ ਉਹਨਾਂ ਨੇ ਨਾਮ ਕਰਨ ਕੀਤੇ, ਨਾਮ ਰੱਖੇ। ਕਾਲੂ ਹਟ ਕਰਾਈ ਲੋੜੈ, ਮਹਿਤਾ ਕਲਿਆਣ ਦਾਸ ਜੀ ਆਪਣੇ ਪੁੱਤਰ ਨਾਨਕ ਤੋਂ ਪਿਤਾ ਪੁਰਖੀ ਕੀਤਾ ਦੁਕਾਨਦਾਰੀ ਹੱਟੀ ਪਵਾਣੀ ਚਾਹੁੰਦੇ ਸਨ, ਖਟ ਕਰ ਖਾਈਐ ਦਰਬ ਬਹੁ ਜੋੜੈ। ਤਾਂ ਕਿ ਹੱਟ ਕਰਕੇ ਕਮਾਈ ਕਰੇ ਤੇ ਧਨ ਸੰਚਿਤ ਕਰੇ, ਧਨ ਜੋੜੇ। ਸੋ ਬਾਬਾ ਉਸ ਪੜੈ ਨਾ ਰਾਹੇ, ਪਰ ਉਧਰ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਦੁਨਿਆਵੀ ਧੰਦਿਆਂ ਵਿੱਚ ਖਚਤ ਨਹੀਂ ਸਨ ਹੋਣਾ ਚਾਹੁੰਦੇ। ਮਾਤ ਪਿਤਾ ਕਰੇ ਬਾਬੇ ਅਕਾਹੇ, ਤੋ ਸਤਿਗੁਰੂ ਦੇ ਮਾਤਾ ਪਿਤਾ ਦੀ ਇਹ ਬੜੀ ਪ੍ਰਬਲ ਇੱਛਾ ਸੀ ਵੀ ਇਹ ਸੰਸਾਰੀ ਹੋ ਜਾਣ, ਆਮ ਗ੍ਰਸਤੀਆਂ ਵਾਂਗੂ ਧਨ ਆਦਿਕ ਸੰਚਿਤ ਕਰਨਾ ਸ਼ੁਰੂ ਕਰ ਦੇਣ। ਬਾਬਾ ਬੇਪਰਵਾਹੀ ਕਰੈ, ਪਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਬੇਪਰਵਾਹੀ ਵਿੱਚ ਵਿਚਰਦੇ ਨੇ। ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਹੇ, ਔ ਪ੍ਰਵਾਹ ਨਾਹੀ ਕਿਸੇ ਕੇਰੀ ਬਾਜ। ਸੱਚੇ ਨਾਂ ਵਾਲੀ ਉਹਨਾਂ ਦੀ ਆਤਮਕ ਅਡੋਲਤਾ ਅਵਸਥਾ ਸੀ। ਸੰਗਤ ਜੀ, ਫੜ ਰਬਾਬ ਸ਼ਬਦ ਉਚਰੈ, ਉਹ ਰਬਾਬ ਪਕੜ ਕੇ ਉਹਦੇ ਨਾਲ ਨਾਲ ਸ਼ਬਦ ਗਾਇਨ ਕਰਦੇ, ਕੀਰਤਨ ਵਿੱਚ ਜ਼ਿਆਦਾ ਆਨੰਦ ਲੈਂਦੇ ਸਨ। ਸਾਥ ਕਰੈ ਮਰਦਾਨੈ ਪਰਚਾਵਾ, ਇਸ ਪ੍ਰਕਾਰ ਭਾਈ ਮਰਦਾਨਾ ਜੀ ਕੀਰਤਨ ਤੇ ਉਹਨਾਂ ਦਾ ਸਹਿਯੋਗ ਬਖਸ਼ਿਸ਼ ਕਰਦੇ ਸਨ। ਲੈਣ ਦੇਣ ਕੁਛ ਰੱਖੈ ਨਾ ਦਾਵਾ, ਇਸ ਪ੍ਰਕਾਰ ਕੋਈ ਲੈਣ ਦੇਣ ਦਾ ਦਾਵਾ ਬਾਬਾ ਨਾਨਕ ਮਰਦਾਨਾ ਦੋਵੇਂ ਹੀ ਨਹੀਂ ਰੱਖਦੇ। ਦੋਹਰਾ ਕਹਿ ਦੀਵਾਨ ਹਵੈ ਗਇਓ, ਸੁਨ ਆਇਓ ਜੈ ਰਾਮ। ਇਸ ਪ੍ਰਕਾਰ ਗੁਰੂ ਕੀ ਸੰਗਤ ਜੀ ਸਮਾਂ ਪਾ ਕੇ ਭਾਈਆ ਜੈ ਰਾਮ ਜੀ ਆਏ। ਹੁਤੋ ਬਹਿਣਿਓ ਸਤਿਗੁਰ ਹੈ, ਸੁਲਤਾਨਪੁਰੇ ਜਿਸ ਥਾਮ। ਉਹ ਸੁਲਤਾਨਪੁਰ ਲੋਧੀ, ਇਸ ਪ੍ਰਕਾਰ ਦੌਲਤ ਖਾਨ ਲੋਧੀ ਦੇ ਕੋਲ ਬਹੁਤ ਵੱਡੇ ਮਾਲ ਅਫਸਰ ਸਨ ਭਾਈਆ ਜੈ ਰਾਮ ਜੀ। ਸੰਗਤ ਜੀ, ਇਹ ਭਾਈਆ ਜੈ ਰਾਮ ਜੀ ਉੱਪਲ ਗੋਤ ਦੇ ਖੱਤਰੀ ਸਨ। ਇਹਨਾਂ ਨਾਲ ਬੇਬੇ ਨਾਨਕੀ ਜੀ ਦਾ ਨਾਤਾ ਜਿਹੜਾ ਸੀ ਉਹ ਹੋਇਆ ਸੀ, ਤੇ ਫਿਰ ਭਾਈਆ ਜੈ ਰਾਮ ਜੀ ਦੇ ਮਾਧਿਅਮ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਨਾਤਾ ਸੀ ਭਾਈ ਮੂਲਾ ਜੀ ਦੇ ਘਰ, ਉਹ ਉਹਨਾਂ ਦੀ ਚੌਣਾ ਗੋਤ ਸੀ, ਖੱਤਰੀਆਂ ਦੀ ਇਹ ਗੋਤ ਤੇ ਚੌਣਾ। ਸੋ ਇਸ ਪ੍ਰਕਾਰ ਭਾਈਆ ਜੈ ਰਾਮ ਜੀ ਬੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਨੇੜੇ ਸਨ। ਸੁਲਤਾਨਪੁਰੈ ਹੁਤੋ ਮੁਲਕ ਉਮਰਾਊ, ਉੱਥੇ ਸੁਲਤਾਨਪੁਰ ਉਹਨਾਂ ਜ਼ਮਾਨਿਆਂ ਵਿੱਚ ਇੱਕ ਪੂਰੀ ਸਲਤਨਤ ਸੀ, ਰਾਜਧਾਨੀ ਸੀ। ਦੌਲਤ ਖਾਨ ਨਾਮ ਕਹਿ ਤਾਹੂ, ਉਹਦਾ ਨਾਮ ਦੌਲਤ ਖਾਨ ਸੀ ਜਿਹੜਾ ਸੁਲਤਾਨਪੁਰ ਦਾ ਹਾਕਮ ਸੀ। ਤਿਸੈ ਨਵਾਬ ਸੋ ਦਇਓ ਮਿਲਾਏ, ਸੋ ਨਵਾਬ ਨੇ ਉਹਨਾਂ ਨੂੰ ਮਿਲਾ ਦਿੱਤਾ ਉਹਦੇ ਨਾਲ, ਗੁਰੂ ਨਾਨਕ ਦੇਵ ਜੀ ਨੂੰ ਤੇ ਦੌਲਤ ਖਾਨ ਲੋਧੀ ਨੂੰ ਮੀਟਿੰਗ ਕਰਾ ਦਿੱਤੀ ਵੀ ਇਹ ਮੇਰਾ ਰਿਸ਼ਤੇਦਾਰ ਹੈ, ਇਹਨੂੰ ਕੋਈ ਇੱਥੇ ਕੋਈ ਕੰਮ ਦੇ ਦਿਓ, ਕੋਈ ਇਹ ਬੜਾ ਸਿਆਣਾ ਹੈ, ਪ੍ਰਵੀਨ ਹੈ। ਮੋਦੀ ਖਾਨੋ ਉਸ ਦਇਓ ਸੌ ਪਾਏ। ਸੰਗਤ ਜੀ, ਮੋਦੀ ਖਾਨੇ ਦੀ ਕਾਰ ਉਹਨਾਂ ਜ਼ਮਾਨਿਆਂ ਵਿੱਚ ਬਹੁਤ ਵੱਡੀ ਕਾਰ ਸਮਝੀ, ਜ਼ਿੰਮੇਵਾਰੀ ਵਾਲੀ ਸਮਝੀ ਜਾਂਦੀ ਸੀ। ਸੋ ਦੌਲਤ ਖਾਨ ਲੋਧੀ ਨੇ ਗੁਰੂ ਨਾਨਕ ਨੂੰ ਆਪਣਾ ਮੋਦੀ ਨਿਯੁਕਤ ਕਰ ਦਿੱਤਾ। ਸਭ ਉਸਕੀ ਜੋ ਕਥਾ ਕਥਈਐ, ਇਸ ਪ੍ਰਕਾਰ ਜਿਹੜੀ ਉਹਦੀ ਕਥਾ ਸੀ ਔਰ ਗ੍ਰੰਥ ਕਹੂੰ ਢੂੰਡਤ ਪਈਐ। ਜੇ ਉਹ ਲਿਖ ਦਿੱਤੀ ਤੇ ਫਿਰ ਬਹੁਤ ਵੱਡਾ ਗ੍ਰੰਥ ਲਿਖਣਾ ਪਏਗਾ, ਜਿਸ ਕੋ ਲੋੜ ਸੁਨਨ ਕੀ ਹੋਏ, ਜਿਹਨੂੰ ਉਹ ਸਾਰਾ ਪ੍ਰਸੰਗ ਸੁਣਨ ਦੀ ਲੋੜ ਹੋਵੇਗੀ। ਔਰ ਗ੍ਰੰਥਨ ਤੇ ਸੁਨ ਲਏ ਸੋਏ, ਉਹ ਹੋਰ ਮਹਿਮਾ ਪ੍ਰਕਾਸ਼ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਆਦਿਕ ਚੋਂ ਸੁਣ ਲਵੇ। ਮੈਂ
ਉਹ ਕਥਾ ਵਿਸਥਾਰ ਦੇ ਡਰ ਤੋਂ ਨਹੀਂ ਲਿਖ ਰਿਹਾ ਹਾਂ। ਬੀਜ ਮਾਤਰ ਜੋ ਚਾਹੀਅਤ ਲਿਖਾਈ, ਜੋ ਬੀਜ ਮਾਤਰ ਲਿਖਣੀ ਚਾਹੀਦੀ ਹੈ। ਸੁਨੋ ਮਰੀ ਸੋ ਜਿਮ ਮੈਂ ਕਹੀ, ਮਰੀ ਜੀ ਮੈਂ ਉਹ ਸੰਖੇਪ ਵਿੱਚ ਲਿਖਾ ਰਿਹਾ ਹਾਂ। ਤਹ ਬਾਬੇ ਦਿਲ ਉਦਾਸੀ ਆਈ, ਫਿਰ ਬਾਬਾ ਜੀ ਮੋਦੀ ਦੀ ਕਾਰ ਕਰਦਿਆਂ ਕਰਦਿਆਂ ਉਹ ਇਸ ਤਰ੍ਹਾਂ ਉਪਰਾਮ ਹੋ ਗਏ। ਭਇਓ ਉਦਾਸ ਕਹੂੰ ਸੁਰਤ ਨਾ ਲਾਈ, ਉਹ ਫਿਰ ਕੰਮ ਵਿੱਚ ਬਹੁਤੇ ਇਸ ਪ੍ਰਕਾਰ ਮਨ ਨਹੀਂ ਸਨ ਲਾਉਂਦੇ। ਜਾਤ ਨਦੀ ਥੋ ਨਹਾਵਣ ਨਿਤ, ਉਹ ਨਿਤ ਵੇਈ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ ਸਨ। ਸਾਥ ਨਫਰ ਹੈ ਰਾਖੇ ਥਿਤ, ਉੱਥੇ ਉਹਨਾਂ ਨੇ ਨਾਲ ਕੁਝ ਨੌਕਰ ਰੱਖੇ ਹੋਏ ਸਨ। ਉਹਾਂ ਜਾਏ ਬਾਬੇ ਗੋਤਾ ਲਾਇਓ, ਉੱਥੇ ਇੱਕ ਦਿਨ ਜਾ ਕੇ ਬਾਬਾ ਜੀ ਨੇ ਗੋਤਾ ਲਾਇਆ। ਘੜੀ ਪਹਿਰ ਲਓ ਨਿਕਸ ਨਾ ਆਇਓ, ਔਰ ਕਿੰਨਾ ਚਿਰ ਹੀ ਨੌਕਰ ਉਡੀਕਦੇ ਰਹੇ ਪਰ ਗੁਰੂ ਨਾਨਕ ਉੱਥੋਂ ਬਾਹਰ ਨਾ ਆਏ। ਸੋ ਗੁਰੂ ਕੀ ਸੰਗਤ ਸਰਦਾਰ ਰਤਨ ਸਿੰਘ ਭੰਗੀ ਕੈਪਟਨ ਮਰੀ ਨੂੰ ਇਹ ਦੱਸ ਰਹੇ ਨੇ। ਸੋ ਸਮਾਂ ਜਿਹੜਾ ਇਤਿਹਾਸਕ ਵਿਚਾਰਾਂ ਲਈ ਸਮਾਪਤ ਹੈ, ਇਸ ਵਾਸਤੇ ਮੈਂ ਇਤਿਹਾਸਕ ਵਿਚਾਰਾਂ ਨੂੰ ਇੱਥੇ ਸੰਕੋਚਨ ਦੀ ਆਪ ਜੀ ਤੋਂ ਆਗਿਆ ਚਾਹੁੰਦਾ ਹਾਂ। ਭੁੱਲਾਂ ਗਲਤੀਆਂ ਵਾਸਤੇ ਖਿਮਾ ਦਾ ਜਾਚਕਾਂ। ਅੰਤਲੀਆਂ ਪੰਕਤੀਆਂ ਦਾ ਪਾਠ ਸਰਵਣ ਕਰਕੇ ਫਤਿਹ ਗਜਾਈਏ ਜੀ। ਉਹਾਂ ਜਾਏ ਬਾਬੇ ਗੋਤਾ ਲਾਇਓ, ਘੜੀ ਪਹਿਰ ਲਓ ਨਿਕਸ ਨਾ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।